महान पिता, तू अपने फरिश्तियां की बाड़ ला दे प्रभु यीशु मसीह। कोई भी अंधकार की शक्ति तेरे बच्चों के खिलाफ काम ना कर पाए। तेरा आत्मा साड़ी सारियां दी राखी करे, साड़ी सारियां दी मदद करे प्रभु यीशु मसीह। महान पिता, साउंड सिस्टम नूं तुहाडे हत्थां देने प्रभु यीशु मसीह। आए खुदा, जो कैमरियां दा सिस्टम आ उन्होंने तुहाडे हत्थां देने प्रभु यीशु मसीह। महान पिता, इस बंदगी नूं सफल बनाउण बई विच जिन्ने भी तेरे बच्चे शामिल हैं, जिन्ने भी काम धंधा कर रहे हैं प्रभु यीशु मसीह, उन्हां सारियां ते कृपा कर प्रभु यीशु मसीह। ओ महान पिता, तेरा रहम मंगदे आ, तेरी कृपा मंगदे यीशु मसीह। साडा तू इको एक परमेश्वर आ, साडा राखा आ तू प्रभु यीशु मसीह, साडा मददगार प्रभु यीशु मसीह। साडे सारियां ते कृपा कर, साडे सारियां ते रहम कर प्रभु यीशु मसीह। साडे जीवन में तेरी पाक मर्जी पूरी हो जाए प्रभु यीशु मसीह, और साडे ते बड़ी कृपा कर पिता। इज्जत मान बढ़ाई सारी तेरे नाम नूं मिले प्रभु जी। पिता, तू दया कर, बेनती नूं सुन, यसु मसीह दे नाम च मंगदे आ, आमीन। हालेलुया। हाथ ऊपर करके बोलांगे हालेलुया, हालेलुया। प्रभु यसु मसीह के नाम की, प्रभु यसु मसीह के नाम की। आज दी जो प्रार्थना सभा शुरू करने जा रहे हैं। हालेलुया, हालेलुया, हालेलुया। सारिਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਹਾਲੇਲੂਇਆ। ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। ਮੈਨੂੰ ਜੀਵਨ ਦੇ सोते तो पिला दे नासरी, तेरी दे मांगी गवाही ਵਾਹੀ ਵਾਂਗੂ ਸਾਮਰੀ ਦੇ। ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। ਰਾਤਾਂ ਨੇਰੀਆਂ ਚ, ਰਾਤਾਂ ਨੇਰੀਆਂ ਚ ਚਾਨਣ ਵਿਖਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। देवांगी गवाही ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ, ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ। उछले जो सदा यीशु ऐसा मैनू जल्दे, बचना च लिखे जेड़े आत्मिक फल दे। उछले जो सदा यीशु ऐसा मैनू जल्दे, बचना च लिखे जेड़े आत्मिक फल दे, आत्मिक फल दे, आत्मिक फल दे। मैनू पानिया ते चलना सिखा दे नासरी, तेरी देवांगी गवाही वांगू सामरी दे। मैनू पानिया ते चलना सिखा दे नासरी, तेरी देवांगी गवाही वांगू सामरी
ਦੇ ਨਾਸਰੀ ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ ਮੈਨੂੰ ਜੀਵਨ ਦੇ ਸੋਤੇ ਤੋਂ ਪਿਲਾ ਦੇ ਨਾਸਰੀ ਤੇਰੀ ਦੇਵਾਂਗੀ ਗਵਾਹੀ ਵਾਂਗੂ ਸਾਮਰੀ ਦੇ ਹਾਲੇਲੂਇਆ। ਹਾਲੇਲੂਇਆ। ਆਓ ਪ੍ਰਾਰਥਨਾ ਕਰਾਂਗੇ ਸਭ ਅੱਖਾਂ ਬੰਦ ਕਰਕੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ ਖੁਦਾਵੰਦਾ। ਪ੍ਰਭੂ ਯਿਸੂ ਮਸੀਹ ਖੁਦਾਵੰਦ, ਮੈਂ ਵਿਸ਼ਵਾਸ ਕਰਦਾ ਖੁਦਾਵੰਦ ਪ੍ਰਭੂ ਜੀ, ਇਹ ਸਮਾਂ ਪ੍ਰਭੂ ਜੀ ਤੂੰ ਠਹਿਰਾਇਆ ਹੋਇਆ ਸੀ ਖੁਦਾਵੰਦਾ, ਤੇਰੇ ਸੇਵਕਾਂ ਦਾ ਸਥਾਨ ਦੇ ਵਿੱਚ ਆਣਾ ਪ੍ਰਭੂ ਯਿਸੂ ਮਸੀਹ ਤੂੰ ਪਹਿਲਾਂ ਹੀ ਠਹਿਰਾ ਦਿੱਤਾ ਸੀ ਖੁਦਾਵੰਦ। ਤੇ ਜਿੰਨੇ ਭੈਣ ਭਾਈ ਸਥਾਨ ਦੇ ਵਿੱਚ ਆਏ ਹਨ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਖੁਦਾਵੰਦਾ ਪ੍ਰਭੂ ਜੀ, ਜਦੋਂ ਉਹ ਤੇਰੇ ਵਚਨ ਨੂੰ ਸੁਣਨਗੇ ਖੁਦਾਵੰਦਾ, ਤੇਰੇ ਮਸਾ ਕੀਤੇ ਹੋਏ ਸੇਵਕ ਦੁਆਰਾ ਪ੍ਰਭੂ ਜੀ ਜੋ ਵੀ ਬੋਲਿਆ ਜਾਵੇਗਾ ਖੁਦਾਵੰਦਾ, ਮੇਰੇ ਮਹਾਨ ਪਿਤਾ ਲੋਕਾਂ ਦੇ ਹਿਰਦੇ ਛਿੱਜ ਜਾਣਗੇ ਖੁਦਾਵੰਦਾ। ਤੇ ਪ੍ਰਭੂ ਯਿਸੂ ਮਸੀਹ ਜੋ ਵੀ ਕਮੀਆਂ ਘਟੀਆਂ ਕਮਜ਼ੋਰੀਆਂ ਮਾਂਦਗੀਆਂ ਬਿਮਾਰੀਆਂ ਖੁਦਾਵੰਦਾ, ਉਹ ਸਭ ਤੇਰੇ ਨਾਮ 'ਚ ਚਲੇ ਜਾਣਗੀਆਂ ਪ੍ਰਭੂ ਜੀ, ਕਿਉਂਕਿ ਜਿਸ ਸਥਾਨ ਦੇ ਵਿੱਚ ਤੇਰਾ ਵਚਨ ਹੁੰਦਾ ਹੈ ਪ੍ਰਭੂ ਜੀ, ਉਸ ਸਥਾਨ ਦੇ ਵਿੱਚ ਪ੍ਰਭੂ ਜੀ ਬਹਾਲੀ ਹੁੰਦੀ ਹੈ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ ਖੁਦਾਵੰਦਾ, ਅੱਜ ਜੋ ਵੀ ਵਚਨ ਹੋਵੇ ਖੁਦਾਵੰਦਾ ਤੇਰੇ ਸੇਵਕ ਦੇ ਦੁਆਰਾ ਪ੍ਰਭੂ ਜੀ, ਉਹ ਮੇਰੇ ਮਹਾਨ ਪਿਤਾ ਲੋਕਾਂ ਦੇ ਜੀਵਨਾਂ ਨੂੰ ਬਦਲ ਦੇਵੇ ਪ੍ਰਭੂ ਜੀ, ਕਿਉਂਕਿ ਮੇਰੇ ਮਹਾਨ ਪਿਤਾ ਕੋਈ ਮਨੁੱਖ ਕਿਸੇ ਦੇ ਜੀਵਨ ਨੂੰ ਨਹੀਂ ਬਦਲ ਸਕਦਾ, ਲੇਕਿਨ ਤੇਰਾ ਵਚਨ ਪ੍ਰਭੂ ਜੀ ਹਰੇਕ ਦੇ ਜੀਵਨ ਨੂੰ ਬਦਲ ਦਿੰਦਾ ਹੈ ਪ੍ਰਭੂ ਜੀ। ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਅੱਜ ਜਿੰਨੇ ਮਾਨਦੀ ਇਸ ਸਥਾਨ ਦੇ ਵਿੱਚ ਆਏ ਹਨ, ਜਿੰਨੇ ਪਰੇਸ਼ਾਨ ਇਸ ਸਥਾਨ ਦੇ ਵਿੱਚ ਆਏ ਹਨ, ਸਭਨਾਂ ਦਾ ਜੀਵਨ ਬਦਲ ਜਾਵੇਗਾ। ਤੂੰ ਦਇਆ ਕਰ, ਕਿਰਪਾ ਕਰ, ਇਸ ਸਾਰੀ ਮੀਟਿੰਗ ਨੂੰ ਤੇਰੇ ਜ਼ੋਰਾਵਰ ਹੱਥਾਂ 'ਚ ਦਿੰਦਾ ਖੁਦਾਵੰਦਾ। ਜਿੰਨੇ ਸੇਵਕ ਜਿੰਨੇ ਭੈਣ ਭਾਈ ਸਥਾਨ ਦੇ ਵਿੱਚ ਆਏ ਹਨ ਪ੍ਰਭੂ ਜੀ, ਸਭਨਾਂ ਨੂੰ ਖੁਦਾਵੰਦਾ ਪ੍ਰਭੂ ਯਿਸੂ ਮਸੀਹ ਤੇਰੇ ਹੱਥਾਂ 'ਚ ਸੌਂਪਦਾ ਪ੍ਰਭੂ ਜੀ। ਹਰੇਕ ਤੇ ਦਇਆ ਤੇ ਕਿਰਪਾ ਕਰਨੀ ਹੈ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਯਿਸੂ ਮਸੀਹ ਲਈ ਕਰ ਫਿਰ ਤਾਲੀਆਂ ਬਜਾਓ ਜ਼ੋਰ ਦੇ ਨਾਲ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਬੜੀ ਬਰਕਤ ਦੇਵੇ, ਬੜੀ ਆਸ਼ੀਸ਼ ਦੇਵੇ। ਸੋ ਪ੍ਰਚਾਰ ਦਾ ਸਮਾਂ ਅਸੀਂ ਸਾਡੇ ਬਹੁਤ ਹੀ ਪਿਆਰੇ ਭਾਈ ਰਾਜ ਕੁਮਾਰ ਜੀ ਸਾਡੇ ਵਿੱਚ ਆਏ ਹਨ, ਉਹਨਾਂ ਨੂੰ ਦੇ ਰਹੇ ਹਾਂ। ਉਸ ਤੋਂ ਬਾਅਦ ਮੇਰੀ ਬੇਨਤੀ ਆ, ਕਿਸੇ ਨੇ ਪ੍ਰਾਰਥਨਾ ਕਰਾਉਣੀ ਹੋਵੇ, ਕੋਈ ਬਿਮਾਰ ਹੋਵੇ, ਭਾਵੇਂ ਕੋਈ ਵੀ ਬਿਮਾਰੀ ਹੋਵੇ, ਸਾਡੇ ਵਿੱਚ ਭਾਈ ਰਤਨ ਜੀ ਆ, ਭਾਈ ਪ੍ਰਕਾਸ਼ ਜੀ ਆ, ਹੋਰ ਸੇਵਕ ਲੋਕ ਆ, ਉਹ ਤੁਹਾਡੇ ਵਾਸਤੇ ਪ੍ਰਾਰਥਨਾ ਕਰਨਗੇ। ਤੁਸੀਂ ਉਸੇ ਟਾਈਮ ਹੀ ਠੀਕ ਤੁਹਾਨੂੰ ਖੁਦਾ ਕਰੇਗਾ। ਇਸ ਕਰਕੇ ਬੇਨਤੀ ਆ ਵੀ ਕਿਸੇ ਨੇ ਜਾਣਾ ਨਹੀਂ, ਪ੍ਰਚਾਰ ਵਿੱਚ ਕਿਸੇ ਨੇ ਹਿੱਲਣਾ ਜੁਲਣਾ ਨਹੀਂ ਹੈਗਾ। ਹੁਣ ਭਾਈ ਜੀ ਸਾਡੇ ਰਾਜਕੁਮਾਰ ਜੀ ਅੱਗੇ ਆਉਣਗੇ, ਆਓ ਅਸੀਂ ਉਹਨਾਂ ਦਾ ਤਾਲੀਆਂ ਮਾਰ ਕੇ ਸਵਾਗਤ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਖੁਦਾ ਤੁਹਾਨੂੰ ਬਰਕਤ ਦੇਵੇ। ਜਪ ਜੀ ਭਾਈ। ਸਾਰਿਆਂ ਨੂੰ ਜੈ ਮਸੀਹ ਦੀ। ਜਿਹੜੇ ਬੱਚੇ ਉਹ ਗੇਟ ਦੇ ਉੱਤੇ ਗੱਲਾਂ ਕਰ ਰਹੇ ਹਨ, ਜਦ ਅਸੀਂ ਵਚਨ ਪੜ੍ਹਨਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਵਚਨ ਨੂੰ ਇੱਜ਼ਤ ਦਿੱਤੀ ਜਾਵੇ। ਉਹ ਜਿਹੜੇ ਗੇਟ ਦੇ ਉੱਤੇ ਗੱਲਾਂ ਕਰ ਰਹੇ ਹਨ ਇੱਧਰ ਆ ਜਾਣ। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਉਹ ਅਸੀਂ ਵਚਨ ਵਿੱਚ ਜਾਣ ਤੋਂ ਪਹਿਲਾਂ ਛੋਟੀ ਦੁਆ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਪਿਤਾ, ਅੱਜ ਦੇ ਸਮੇਂ ਲਈ ਤੂੰ ਸਾਡੇ ਜੀਵਨ ਵਿੱਚ ਰੱਖਿਆ ਹੈ ਪਿਤਾ। ਇਹ ਸਾਡੀ ਕੋਈ ਖੂਬੀ ਜਾਂ ਸਾਡੀ ਕੋਈ ਲਿਆਕਤ ਨਹੀਂ ਹੈ ਪਿਤਾ, ਇਹ ਤੇਰਾ ਫਜ਼ਲ ਹੋਇਆ ਹੈ ਸਾਡੇ ਉੱਤੇ, ਤੇਰਾ ਰਹਿਮ ਹੋਇਆ ਹੈ ਪਿਤਾ, ਜੋ ਅਸੀਂ ਇੱਥੇ ਜਿਉਂਦਿਆਂ ਦੀ ਧਰਤੀ ਉੱਤੇ ਹਾਂ ਪਿਤਾ, ਔਰ ਤੇਰੀ ਆਰਾਧਨਾ ਕਰ ਰਹੇ ਹਾਂ ਪਿਤਾ। ਕੋਈ ਵੀ ਮਨੁੱਖ ਆਪਣੀ ਮਰਜ਼ੀ ਦੇ ਨਾਲ ਨਹੀਂ ਆਉਂਦਾ ਹੈ ਜਦ ਤੱਕ ਤੇਰਾ ਪਵਿੱਤਰ ਆਤਮਾ ਉਸ ਨੂੰ ਖਿੱਚ ਨਾ ਲਿਆਵੇ। ਹਾਲੇਲੂਇਆ। ਔਰ ਪਿਤਾ ਤੂੰ ਕਿਰਪਾ ਕਰ, ਔਰ ਜਦ ਤੇਰਾ ਵਚਨ ਆਵੇ ਪਿਤਾ, ਇਹ ਰੂਹਾਂ ਬਚਾਈਆਂ ਜਾਣ ਪਿਤਾ। ਅਸੀਂ ਜਾਣਦੇ ਹਾਂ ਕਿ ਜਿਉਂਦੇ ਯਹੋਵਾ ਦੇ ਹੱਥ ਵਿੱਚ ਪੈਣਾ ਬਹੁਤ ਹੀ ਭਿਆਨਕ ਗੱਲ ਹੈ। ਹਾਲੇਲੂਇਆ। ਪਿਤਾ ਤੂੰ ਕਿਰਪਾ ਕਰੀ ਇਹਨਾਂ ਬੱਚਿਆਂ ਦੇ ਉੱਤੇ ਕਿ ਅੱਜ ਉਹ ਇਸ ਗੱਲ ਨੂੰ ਸਮਝ ਸਕਣ, ਉਹ ਜਾਣ ਸਕਣ ਤੂੰ ਕਿੰਨਾ ਮਹਾਨ ਹੈ ਪਿਤਾ। ਤੂੰ ਕਿਰਪਾ ਕਰੀ, ਸੰਭਾਲ ਕੇ ਰੱਖੀ ਪਿਤਾ।
ਪ੍ਰਭੂ ਤੇਰਾ ਇਹ ਪਵਿੱਤਰ ਵਚਨ ਖੁੱਲਣ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਹਿਰਦੇ ਖੁੱਲ ਜਾਣ ਪਿਤਾ, ਤਾਂ ਕਿ ਵਚਨ ਜੋ ਹੈ ਉੱਥੇ ਜਗ੍ਹਾ ਬਣਾ ਸਕੇ। ਪ੍ਰਭੂ ਤੂੰ ਕਿਰਪਾ ਕਰ, ਸੰਭਾਲ ਕੇ ਰੱਖ। ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ। ਆਮੇਨ। ਉਹ ਅਸੀਂ ਮੱਤੀ ਦੀ ਅੰਜੀਲ ਉਸ ਦਾ 27 ਨੰਬਰ ਅਧਿਆਇ, ਉਸ ਦੀ 55 ਔਰ 56 ਆਇਤ ਨੂੰ ਪੜ੍ਹਨਾ ਹੈ। ਮੱਤੀ ਦੀ ਅੰਜੀਲ ਉਸ ਦਾ 27 ਨੰਬਰ ਅਧਿਆਇ, ਉਸ ਦੀ 55 ਔਰ 56 ਆਇਤ ਨੂੰ ਪੜ੍ਹਨਾ ਹੈ। ਮੈਂ ਤੁਹਾਡੇ ਲਈ ਪੜ੍ਹ ਦਿੰਦਾ ਹਾਂ। ਉੱਥੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯੀਸ਼ੂ ਦੇ ਨਾਲ ਗਲੀਲ ਤੋਂ ਉਹਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲੀਨੀ ਅਤੇ ਯਾਕੂਬ ਔਰ ਯੋਸੇਸ ਦੀ ਮਾਤਾ ਮਰੀਅਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਤਾ ਸੀ। ਪ੍ਰਭੂ ਆਪਣੇ ਇਸ ਪੜ੍ਹੇ ਗਏ ਵਚਨ ਦੇ ਉੱਤੇ ਆਸ਼ੀਸ਼ ਦੇਵੇ। ਆਮੇਨ। ਪਿਤਾ ਤੂੰ ਕਿਰਪਾ ਕਰ ਕਿ ਅੱਜ ਅਸੀਂ ਜਾਣ ਸਕੀਏ ਪਿਤਾ ਕਿ ਤੇਰਾ ਵਚਨ ਜੋ ਹੈ ਇਹ ਕੀ ਕਹਿ ਰਿਹਾ ਹੈ। ਪਿਤਾ ਤੂੰ ਸਾਡੇ ਹਿਰਦੇ ਖੋਲ ਦੇ, ਸਾਡੇ ਕੰਨਾਂ ਦਾ ਖਤਨਾ ਕਰ ਦੇ ਪਿਤਾ, ਔਰ ਸਭੋ ਕੁਛ ਪਿਤਾ ਅਸੀਂ ਤੇਰੇ ਹੱਥ ਵਿੱਚ ਦਿੰਦੇ ਹਾਂ। ਪ੍ਰਭੂ ਤੂੰ ਮੇਰੇ ਉੱਤੇ ਵੀ ਕਿਰਪਾ ਕਰ ਪਿਤਾ, ਮੈਂ ਆਪਣੀ ਬੁੱਧ ਦਾ ਇਸਤੇਮਾਲ ਨਾ ਕਰਾਂ, ਔਰ ਤੇਰਾ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ। ਪ੍ਰਭੂ ਤੂੰ ਸੰਭਾਲ ਕੇ। ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ। ਆਮੀਨ। ਹਾਂ, ਤੁਸੀਂ ਕਾਫੀ ਦੇਰ ਤੋਂ ਖੜੇ ਹੋ, ਬੈਠ ਸਕਦੇ ਹੋ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਔਰ ਮੈਂ ਪਾਣੀ ਜਿਹੜਾ ਇੱਥੇ ਰੱਖ ਦੋ ਕਿਉਂਕਿ ਗਰਮੀ ਹੈ। ਹਾਂ, ਮੈਂ ਇਹ ਜੋ ਮੱਤੀ ਦੀ ਅੰਜੀਲ ਦੇ ਵਿੱਚੋਂ ਪੜ੍ਹਿਆ ਹੈ, ਤੁਸੀਂ ਸਭ ਜਾਣਦੇ ਹੋ ਕਿ ਕੱਲ ਮਹਿਲਾ ਦਿਵਸ ਸੀ ਔਰ ਕਈਆਂ ਨੇ ਮਨਾਇਆ ਵੀ ਹੋਵੇਗਾ ਔਰ ਤੋਹਫੇ ਵੀ ਦਿੱਤੇ ਹੋਣਗੇ। ਔਰ ਮੈਂ ਵੀ ਅੱਜ ਦਾ ਇਹ ਸੰਦੇਸ਼ ਆਪਣੀਆਂ ਭੈਣਾਂ ਨੂੰ ਤੋਹਫੇ ਵਜੋਂ ਦੇਣ ਜਾ ਰਿਹਾ ਹਾਂ। ਹਾਲੇਲੂਇਆ। ਹਾਲੇਲੂਇਆ। ਅੱਜ ਇੱਥੇ ਅਸੀਂ ਪੜ੍ਹਿਆ ਹੈ ਕਿ ਉੱਥੇ 3 ਔਰਤਾਂ ਦਾ ਜ਼ਿਕਰ ਹੈ। ਉਹਨਾਂ ਦੇ ਵਿੱਚ ਇੱਕ ਔਰਤ ਸੀ ਮਰੀਅਮ, ਜਿਹੜੀ ਯਿਸੂ ਮਸੀਹ ਦੀ ਮਾਤਾ ਹੈ, ਔਰ ਇੱਕ ਔਰਤ ਹੈ ਉਹਦਾ ਨਾਮ ਹੈ ਮਰੀਅਮ ਮਗਦਲੀਨੀ। ਇੱਕ ਹੈ ਯਾਕੂਬ ਤੇ ਯਹੂਨਾ ਦੀ ਮਾਤਾ, ਉਹਦਾ ਨਾਮ ਹੈ ਸਲੋਮੀ। ਔਰ ਮੇਰਾ ਅੱਜ ਦਾ ਸੰਦੇਸ਼ ਜੋ ਹੈ ਜ਼ਿਆਦਾਤਰ ਭੈਣਾਂ ਨੂੰ ਸਮਰਪਿਤ ਹੋਵੇਗਾ, ਕਿਉਂਕਿ ਭੈਣਾਂ ਹੀ ਜ਼ਿਆਦਾ ਆਉਂਦੀਆਂ ਹਨ ਬੰਦਗੀਆਂ ਦੇ ਵਿੱਚ, ਭਾਈ ਤਾਂ ਘੱਟ ਹੀ ਆਉਂਦੇ ਹਨ। ਔਰ ਮੈਂ ਸੋਚਿਆ ਕਿ ਇਹ ਮਹਿਲਾ ਦਿਵਸ ਤੇ ਭੈਣਾਂ ਦੇ ਲਈ ਹੀ ਇੱਕ ਸੰਦੇਸ਼ ਤਿਆਰ ਕੀਤਾ ਜਾਵੇ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ, ਥੋੜਾ ਹੀ ਸਮਾਂ ਲੈਣਾ ਹੈ ਕਿਉਂਕਿ ਸਮਾਂ ਤੁਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਦੇ ਦਿੱਤਾ ਹੈ। ਇੱਥੇ ਇਹ ਜਿਹੜੀਆਂ 3 ਔਰਤਾਂ ਹਨ, ਉਹਨਾਂ ਦੇ ਵਿੱਚ ਜਿਹੜੀ ਪਹਿਲੀ ਔਰਤ ਹੈ ਉਹ ਹੈ ਮਰੀਅਮ। ਇਹ 3 ਔਰਤਾਂ ਹਨ। ਇੱਕ ਔਰਤ ਉਹ ਹੈ ਜਿਸ ਨੇ ਪਰਮੇਸ਼ਰ ਨੂੰ ਧਰਤੀ ਦੇ ਉੱਤੇ ਆਉਂਦਾ ਦੇਖਿਆ। ਇੱਕ ਔਰਤ ਉਹ ਹੈ ਜਿਸ ਨੇ ਮੁਰਦਿਆਂ ਦੇ ਵਿੱਚੋਂ ਜਿਉਂਦਾ ਹੁੰਦਾ ਦੇਖਿਆ। ਇੱਕ ਔਰਤ ਹੈ ਜਿਸ ਨੇ ਉਸ ਨੂੰ ਮਹਿਮਾ ਦੇ ਵਿੱਚ ਆਉਂਦਾ ਹੋਇਆ ਦੇਖਿਆ। ਇਹ 3 ਔਰਤਾਂ ਹਨ। ਔਰ ਪਹਿਲੀ ਔਰਤ ਹੈ ਜਿਹੜੀ ਮਰੀਅਮ ਹੈ। ਤੁਸੀਂ ਸਭ ਜਾਣਦੇ ਹੋ ਕਿ ਮਰੀਅਮ ਦੇ ਕੋਲ ਜਿਬਰਾਇਲ ਦੂਤ ਆਉਂਦਾ ਹੈ। ਹਾਲੇਲੂਇਆ। ਲੂਕਾ 1 ਨੰਬਰ ਅਧਿਆਇ ਉਹਦੀ 34 ਔਰ 35 ਨੰਬਰ ਆਇਤ ਦੇ ਵਿੱਚ ਲਿਖਿਆ ਹੈ, ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿੱਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਇਹ ਮਰੀਅਮ ਉਹ ਹੈ ਜਿਸ ਨੇ ਪਰਮੇਸ਼ਰ ਨੂੰ ਧਰਤੀ ਦੇ ਉੱਤੇ ਆਉਂਦਾ ਹੋਇਆ ਦੇਖਿਆ। ਔਰ ਉਸ ਤੋਂ ਬਾਅਦ ਦੂਸਰੀ ਹੈ, ਉਹਦਾ ਨਾਮ ਹੈ ਮਰੀਅਮ ਮਗਦਲੀਨੀ। ਮਰੀਅਮ ਮਗਦਲੀਨੀ ਨੇ ਮੁਰਦਿਆਂ ਦਾ ਜੀ ਉੱਠਣਾ ਵੇਖਿਆ। ਔਰ ਯਿਸੂ ਮਸੀਹ ਨੂੰ ਵੀ ਜਦ ਯਿਸੂ ਮਸੀਹ ਜਿਉਂਦਾ ਹੋਇਆ ਮੁਰਦਿਆਂ ਦੇ ਵਿੱਚੋਂ, ਤਾਂ ਸਭ ਤੋਂ ਪਹਿਲਾਂ ਉਸਨੇ ਮਰੀਅਮ ਨੂੰ ਹੀ ਦਿਖਾਈ ਦਿੱਤੀ, ਜਿਸ ਦਾ ਨਾਂ ਮਗਦਲੀਨੀ ਹੈ। ਔਰ ਇਹਦੇ ਵਿੱਚ ਅਸੀਂ ਦੇਖਦੇ ਹਾਂ, ਮੈਂ ਨਾਲ ਵਚਨ ਵੀ ਪੜ੍ਹਨਾ ਹੈ। ਯਹੂਨਾ 20 ਨੰਬਰ ਅਧਿਆਇ ਉਹਦੀ 11 ਨੰਬਰ ਐਤ ਤੋਂ ਲੈ ਕੇ 16 ਨੰਬਰ ਐਤ ਦੇ ਵਿੱਚ ਲਿਖਿਆ ਹੈ, ਪਰ ਮਰੀਅਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸਨੇ ਨਿਉ ਕੇ ਜਾਂ ਕਬਰ ਵਿੱਚ
ਝਾਤੀ ਮਾਰੀ ਤਾਂ ਕੀ ਵੇਖਦੀ ਹੈ? ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ, ਇੱਕ ਸਿਰਾਣੇ ਅਤੇ ਦੂਜਾ ਪੁਆਂਦੀ, ਜਿੱਥੇ ਯੀਸ਼ੂ ਦੀ ਲੋਥ ਪਈ ਸੀ ਬੈਠੇ ਹਨ। ਅਤੇ ਉਹਨਾਂ ਉਸ ਨੂੰ ਆਖਿਆ, ਹੇ ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉਹਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਹੈ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯੀਸ਼ੂ ਨੂੰ ਖਲੋਤਾ ਵੇਖਿਆ। ਔਰ ਨਾ ਸਿਆਤਾ ਵੀ ਇਹ ਯੀਸ਼ੂ ਹੈ। ਯੀਸ਼ੂ ਨੇ ਉਹਨੂੰ ਕਿਹਾ, ਹੇ ਬੀਬੀ ਤੂੰ ਕਿਉਂ ਰੋਂਦੀ ਹੈ? ਕਿਹਨੂੰ ਭਾਲਦੀ ਹੈ? ਉਸਨੇ ਇਹ ਜਾਣ ਕੇ ਜੋ ਇਹ ਬਾਗਬਾਨ ਹੈ ਉਹਨੂੰ ਆਖਿਆ, ਮਹਾਰਾਜ ਜੇ ਉਹਨੂੰ ਤੂੰ ਲੈ ਗਿਆ ਹਾਂ ਤਾਂ ਮੈਨੂੰ ਦੱਸ ਭਈ ਤੈਂ ਉਹਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਨੂੰ ਲੈ ਜਾਵਾਂਗੀ। ਯੀਸ਼ੂ ਨੇ ਉਸ ਨੂੰ ਕਿਹਾ, ਹੇ ਮਰੀਮ। ਜਦ ਤੱਕ ਉਹਨੇ ਕਿਹਾ ਹੇ ਬੀਬੀ, ਯੀਸ਼ੂ ਮਸੀਹ ਨੇ ਉਹਨੂੰ ਕਦੀ ਹੇ ਬੀਬੀ ਨਹੀਂ ਸੀ ਕਿਹਾ। ਯੀਸ਼ੂ ਮਸੀਹ ਉਹਨੂੰ ਕਹਿੰਦਾ ਹੇ ਬੀਬੀ, ਔਰ ਫਿਰ ਵੀ ਨਹੀਂ ਪਹਿਚਾਣਦੀ। ਪਰ ਯੀਸ਼ੂ ਮਸੀਹ ਜਿਸ ਨਾਮ ਦੇ ਨਾਲ ਉਸ ਨੂੰ ਪੁਕਾਰਦਾ ਸੀ, ਕਹਿੰਦਾ ਹੇ ਮਰੀਮ, ਨਾਲ ਹੀ ਉਸਨੇ ਪਹਿਚਾਨ ਲਿਆ। ਹਾਲੇਲੂਇਆ। ਉਹਨੇ ਫਿਰ ਕੇ ਉਹਨੂੰ ਇਬਰਾਨੀ ਭਾਸ਼ਾ ਵਿੱਚ ਕਿਹਾ, ਹੇ ਰਬੋਨੀ, ਅਰਥਾਤ ਹੇ ਗੁਰੂ। ਸਭ ਤੋਂ ਪਹਿਲਾਂ ਜਿਹੜਾ ਮੁਰਦਿਆਂ ਦੇ ਵਿੱਚੋਂ ਜਦ ਯੀਸ਼ੂ ਮਸੀਹ ਉੱਠਿਆ ਤੇ ਉਸ ਨੂੰ ਮਰੀਮ ਮਗਦਲੀਨੀ ਨੇ ਵੇਖਿਆ। ਔਰ ਉਸ ਤੋਂ ਬਾਅਦ ਤੀਸਰੀ ਔਰਤ ਜਿਹੜੀ ਸੀ ਉਸ ਦਾ ਨਾਂ ਸੀ ਸਲੋਮੀ, ਜਬਦੀ ਦੇ ਪੁੱਤਰਾਂ ਦੀ ਮਾਤਾ। ਜਬਦੀ ਦੇ ਪੁੱਤਰਾਂ ਨੂੰ ਜਾਣਦੇ ਤੁਸੀਂ? ਸੁਣਿਆ ਹੋਵੇਗਾ ਨਾਮ, ਯਾਕੂਬ ਤੇ ਯਹੂਨਾ। ਔਰ ਇਹਦੇ ਬਾਰੇ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ ਕਿ ਮੱਤੀ 20 ਔਰ ਉਹਦੀ 20 ਤੋਂ 23 ਦੇ ਵਿੱਚ ਲਿਖਿਆ ਹੈ, ਤਦ ਜਬਦੀ ਦੇ ਪੁੱਤਰਾਂ ਦੀ ਮਾਤਾ ਆਪਣੇ ਪੁੱਤਰਾਂ ਸਣੇ ਉਹਦੇ ਕੋਲ ਆਈ ਅਤੇ ਮੱਥਾ ਟੇਕ ਕੇ ਉਹਦੇ ਅੱਗੇ ਇੱਕ ਅਰਜ਼ ਕਰਨ ਲੱਗੀ। ਸੋ ਉਹਨੇ ਉਹਨੂੰ ਆਖਿਆ, ਤੂੰ ਕੀ ਚਾਹੁੰਦੀ ਹੈ? ਉਹਨੇ ਉਸ ਨੂੰ ਕਿਹਾ, ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ, ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠੇ। ਹੁਣ ਇਹ ਜਿਹੜੀ ਸਲੋਮੀ ਹੈ, ਇਹ ਇਦਾਂ ਕਿੱਦਾਂ ਕਹਿ ਪਾਉਂਦੀ ਹੈ? ਹਾਲੇਲੂਇਆ। ਕਿਉਂਕਿ ਲੂਕਾ 19 ਦੀ 11 ਦੇ ਵਿੱਚ ਜਦ ਯੀਸ਼ੂ ਮਸੀਹ ਪ੍ਰਚਾਰ ਕਰ ਰਿਹਾ ਸੀ ਤਦ ਉਹ ਗੱਲਾਂ ਸੁਣਦੇ ਸਨ। ਉਹਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਭਈ ਪਰਮੇਸ਼ਵਰ ਦਾ ਰਾਜ ਹੁਣੇ ਹੀ ਪ੍ਰਗਟ ਹੋਣ ਵਾਲਾ ਹੈ। ਉਹਨੇ ਇੱਕ ਪ੍ਰਚਾਰ ਸੁਣਿਆ ਸੀ ਯੀਸ਼ੂ ਮਸੀਹ ਦਾ, ਜਿਹੜਾ ਉਹ ਕਹਿ ਰਿਹਾ ਸੀ ਕਿ ਸਵਰਗ ਦਾ ਰਾਜ ਆਉਣ ਵਾਲਾ ਹੈ। ਔਰ ਜਦ ਉਹ ਪ੍ਰਚਾਰ ਸੁਣ ਰਹੀ ਸੀ, ਮੈਂ ਵੀ ਤੁਹਾਨੂੰ ਦੱਸਦਾ ਪ੍ਰਚਾਰ ਸੁਣਨ ਦਾ ਤਰੀਕਾ, ਜਦ ਤੱਕ ਜਿਹੜੀ ਆਇਤ ਪੜ੍ਹੀ ਜਾਂਦੀ ਹੈ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਫਿੱਟ ਨਹੀਂ ਕਰਦੇ, ਉਹਦੇ ਅੰਦਰ ਨਹੀਂ ਚਲੇ ਜਾਂਦੇ, ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜਦ ਯੀਸ਼ੂ ਮਸੀਹ ਪ੍ਰਚਾਰ ਕਰ ਰਿਹਾ ਸੀ ਤਾਂ ਇਹ ਜਿਹੜੀ ਯਾਕੂਬ ਦੀ ਔਰ ਯਹੂਨਾ ਦੀ ਮਾਤਾ ਸੀ, ਜਿਹੜੀ ਇਹ ਇੰਨੀ ਉਹਦੇ ਵਿੱਚ ਲੀਨ ਹੋ ਜਾਂਦੀ ਹੈ ਕਿ ਸਵਰਗ ਨੂੰ ਖੁੱਲਾ ਦੇਖਦੀ ਹੈ। ਉਹ ਦੇਖਦੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਹੈ ਔਰ ਲੋਕ ਉਹਦੇ ਆਲੇ ਦੁਆਲੇ ਬੈਠੇ ਹਨ। ਔਰ ਉਹ ਕਹਿੰਦੀ ਹੈ ਕਿ ਪ੍ਰਭੂ ਜਦ ਤੂੰ ਮਹਿਮਾ ਦੇ ਵਿੱਚ ਆਵੇਂ, ਇੱਕ ਮੇਰਾ ਪੁੱਤਰ ਤੇਰੇ ਸੱਜੇ ਔਰ ਇੱਕ ਮੇਰਾ ਪੁੱਤਰ ਤੇਰੇ ਖੱਬੇ ਹੱਥ ਹੋਵੇ। ਅਰੇ ਤੇ ਯੀਸ਼ੂ ਮਸੀਹ ਉਸ ਨੂੰ ਕੀ ਕਹਿੰਦਾ ਹੈ? ਯੀਸ਼ੂ ਮਸੀਹ ਉਹਨੂੰ ਕਹਿੰਦਾ, ਹੇ ਔਰਤ, ਜੋ ਪਿਆਲਾ, ਯੀਸ਼ੂ ਮਸੀਹ ਉਸ ਨੂੰ ਕਹਿੰਦਾ ਹੈ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਦੂਜੇ ਪਾਸੇ ਲਿਖਿਆ ਯੀਸ਼ੂ ਮਸੀਹ ਜਦੋਂ ਉਹ ਕਹਿੰਦੀ ਹੈ ਕਿ ਮੇਰਾ ਇੱਕ ਪੁੱਤਰ ਤੇਰੇ ਸੱਜੇ ਔਰ ਇੱਕ ਪੁੱਤਰ ਤੇਰੇ ਖੱਬੇ ਹੱਥ ਬੈਠੇ, ਤੇ ਯੀਸ਼ੂ ਮਸੀਹ ਉਹਦੇ ਵੱਲ ਗੌਰ ਨਾਲ ਵੇਖਦਾ, ਕਹਿੰਦਾ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਮੰਗਦੇ ਹੋ। ਕਿੰਨੀ ਵੱਡੀ ਉਹਨੇ ਚੀਜ਼ ਮੰਗੀ ਹੈ। ਔਰ ਇਹਦੇ ਹੀ ਇਰਦ ਗਿਰਦ ਮਿਰਾਜ ਦਾ ਸੰਦੇਸ਼ ਹੈ ਜਿਹੜਾ ਮੈਂ ਭੈਣਾਂ ਨੂੰ ਸਮਰਪਿਤ ਕਰਨਾ ਹੈ। ਇਹ ਔਰਤ ਹੈ, ਇਸ ਦੇ ਪਤੀ ਦੀ ਜਿਹੜੀ ਹੈ ਡੈਥ ਹੋ ਗਈ ਸੀ, ਜਬਦੀ ਦੀ, ਪਰ ਇਹ ਬਹੁਤ ਗਰੀਬ ਸੀ, ਇਹ ਬਹੁਤ ਜ਼ਿਆਦਾ ਗਰੀਬ ਸੀ, ਪਰ ਇਹ ਆਪਣੇ ਪੁੱਤਰਾਂ ਦੇ ਲਈ ਪ੍ਰਭੂ ਦੇ ਕੋਲੋਂ ਕੁਝ ਚਾਹੁੰਦੀ ਸੀ। ਅਰੇ ਜਦ ਮਹਿਸੂਸ ਕਰਦੀ ਹੈ ਕਿ ਇਹੋ ਹੀ ਰਾਜਾ ਹੈ, ਤੁਸੀਂ ਦੇਖਣਾ ਕਿ ਉਹ ਉਹਦੇ ਅੱਗੇ ਮੱਥਾ ਟੇਕਦੀ ਹੈ,
ਉਹ ਤੋਂ ਪਹਿਲਾਂ ਉਹਨੇ ਕਦੀ ਮੱਥਾ ਨਹੀਂ ਟੇਕਿਆ। ਔਰ ਉਹ ਜਦ ਇਹ ਮਹਿਸੂਸ ਕਰਦੀ ਕਿ ਇੰਨੇ ਹੀ ਮਹਿਮਾ ਦੇ ਵਿੱਚ ਆਉਣਾ ਹੈ, ਉਹਦੇ ਅੱਗੇ ਉਹ ਮੱਥਾ ਟੇਕਦੀ ਹੈ, ਝੁਕ ਜਾਂਦੀ ਹੈ। ਔਰ ਜਦੋਂ ਉਹਦੇ ਅੱਗੇ ਇੰਨਾ ਝੁਕ ਜਾਂਦੀ ਹੈ, ਯਿਸੂ ਮਸੀਹ ਕਹਿੰਦਾ ਵੀ ਤੂੰ ਕੀ ਚਾਹੁੰਦੀ ਹੈ? ਉਹ ਕਹਿੰਦੀ ਕਿ ਜਦ ਤੂੰ ਮਹਿਮਾ ਦੇ ਵਿੱਚ ਆਵੇਂ, ਇੱਕ ਮੇਰਾ ਪੁੱਤਰ ਤੇਰੇ ਸੱਜੇ ਔਰ ਇੱਕ ਮੇਰਾ ਪੁੱਤਰ ਤੇਰੇ ਖੱਬੇ ਹੱਥ ਹੋਵੇ। ਔਰ ਯਿਸੂ ਮਸੀਹ ਨੇ ਉਹਨੂੰ ਇਦਾਂ ਕਿਉਂ ਕਿਹਾ ਕਿ ਤੈਨੂੰ ਨਹੀਂ ਪਤਾ ਤੂੰ ਕੀ ਮੰਗ ਲਿਆ ਹੈ। ਉਹ ਜਾਣਦੀ ਸੀ ਸਭ ਕੁਝ, ਕਿਉਂਕਿ ਸੱਜੇ ਹੱਥ ਦੇ ਵਿੱਚ ਪਰਮੇਸ਼ਰ ਦੀ ਪਾਵਰ ਹੈ, ਪਰਮੇਸ਼ਰ ਦੀ ਸ਼ਕਤੀ ਹੈ, ਔਰ ਖੱਬੇ ਹੱਥ ਦੇ ਵਿੱਚ ਨਿਆਂ ਹੈ। ਉਹ ਚਾਹੁੰਦੀ ਸੀ ਕਿ ਸ਼ਕਤੀ ਵੀ ਜਦ ਪਰਮੇਸ਼ਰ ਵਰਤੇ ਤਾਂ ਮੇਰਾ ਹੀ ਉੱਥੇ ਪੁੱਤਰ ਹੋਵੇ, ਔਰ ਜਦ ਨਿਆਂ ਵੀ ਹੋਵੇ ਤਾਂ ਮੇਰਾ ਹੀ ਉੱਥੇ ਪੁੱਤਰ ਹੋਵੇ। ਹਾਲੇਲੂਇਆ। ਔਰ ਸਾਡੇ ਯੁੱਗ ਦਾ ਭਾਈ ਵਿਲੀਅਮ ਮੈਰਨ ਬ੍ਰਾਨਹਮ ਇੱਕ ਔਰਤ ਦੇ ਕੋਲ ਗਿਆ, ਉਸ ਦਾ ਨਾਂ ਸੀ ਹੈਟੀ ਰਾਈਟ। ਉਹ ਵੀ ਵਿਧਵਾ ਸੀ ਔਰ ਬਹੁਤ ਜ਼ਿਆਦਾ ਗਰੀਬ ਸੀ। ਇੰਨੀ ਜ਼ਿਆਦਾ ਗਰੀਬ ਸੀ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਉਹਦੇ 2 ਪੁੱਤਰ ਸਨ, ਉਹ ਕਹਿਣੇ ਘਰ ਦੇ ਵਿੱਚ ਨਹੀਂ ਸਨ। ਇੱਕ ਉਹਦੀ ਭੈਣ ਸੀ, ਉਹ ਵੀ ਬਹੁਤ ਦੇਰ ਤੋਂ ਬਿਮਾਰ ਸੀ। ਜਦ ਨਬੀ ਉਹਦੇ ਕੋਲ ਗਿਆ, ਔਰ ਨਬੀ ਕਹਿੰਦਾ ਵੀ ਤੂੰ ਕੀ ਚਾਹੁੰਦੀ ਹੈ ਕਿ ਪਰਮੇਸ਼ਵਰ ਤੇਰੇ ਲਈ ਕਰੇ, ਕਿਉਂਕਿ ਨਬੀ ਜੋ ਹੈ ਪਰਮੇਸ਼ਵਰ ਦੀ ਅੱਖ ਹੁੰਦੇ ਹਨ। ਉਹਨੇ ਸਭ ਕੁਝ ਦੇਖਿਆ, ਉਸ ਭੈਣ ਦੀ ਇਮਾਨਦਾਰੀ ਨੂੰ ਦੇਖਿਆ, ਔਰ ਕਹਿੰਦਾ ਕਿ ਤੂੰ ਕੀ ਚਾਹੁੰਦੀ ਹੈ ਕਿ ਪਰਮੇਸ਼ਵਰ ਤੇਰੇ ਲਈ ਕਰੇ। ਅਗਰ ਉਹ ਚਾਹੁੰਦੀ ਤਾਂ ਜਿੱਦਾਂ ਅੱਜ ਦਾ ਯੁੱਗ ਹੈ, ਉਹ ਪੈਸਾ ਮੰਗ ਸਕਦੀ ਸੀ, ਉਹ ਬਰਕਤ ਮੰਗ ਸਕਦੀ ਸੀ, ਆਪਣੀ ਭੈਣ ਦੇ ਲਈ ਚੰਗਿਆਈ ਮੰਗ ਸਕਦੀ ਸੀ। ਪਰ ਉਹਨੇ ਕੀ ਮੰਗਿਆ? ਉਹ ਕਹਿੰਦੀ ਮੇਰੇ ਦੋਨਾਂ ਪੁੱਤਰਾਂ ਦੀ ਮੈਂ ਮੁਕਤੀ ਚਾਹੁੰਦੀ ਹਾਂ। ਉਹਨੂੰ ਪਤਾ ਸੀਗਾ ਉਹ ਕੀ ਮੰਗ ਰਹੀ ਹੈ। ਉਹ ਮੁਕਤੀ ਉਹ ਪ੍ਰਭੂ ਯਿਸੂ ਮਸੀਹ ਨੂੰ ਹੀ ਉਹਨੇ ਮੰਗ ਲਿਆ, ਕਿਉਂਕਿ ਮੁਕਤੀ ਯਿਸੂ ਮਸੀਹ ਹੈ। ਹਾਲੇਲੂਇਆ। ਉਹਨੂੰ ਪਤਾ ਹੈ ਕਿ ਜਦ ਯਿਸੂ ਮਸੀਹ ਹੋਵੇਗਾ ਤੇ ਸਭ ਕੁਝ ਹੋ ਜਾਏਗਾ। ਉਹਨੇ ਪੈਸਾ ਧੇਲਾ ਨਹੀਂ ਮੰਗਿਆ। ਉਹ ਪੈਸਾ ਮੰਗ ਸਕਦੀ ਸੀ, ਬਹੁਤ ਜ਼ਿਆਦਾ ਪੈਸਾ ਮੰਗ ਕੇ ਤਾਂ ਉਹ ਆਪਣੀ ਭੈਣ ਦਾ ਇਲਾਜ ਕਰਵਾ ਸਕਦੀ ਸੀ ਔਰ ਆਪਣੇ ਪੁੱਤਰਾਂ ਦੇ ਲਈ ਕੋਈ ਵਧੀਆ ਬਿਜ਼ਨਸ ਸ਼ੁਰੂ ਕਰ ਸਕਦੀ ਸੀ। ਪਰ ਉਹਨੇ ਇਦਾਂ ਨਹੀਂ ਕੀਤਾ। ਉਹਨੇ ਕੀ ਮੰਗਿਆ? ਆਪਣੇ ਪੁੱਤਰਾਂ ਦੀ ਮੁਕਤੀ ਮੰਗੀ। ਔਰ ਮੈਂ ਭਾਈਆਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਦ ਭੈਣਾਂ ਜਿਹੜੀਆਂ ਹਨ, ਇਹ ਜਦ ਮੰਗਦੀਆਂ ਹਨ, ਇਹਨਾਂ ਦਾ ਜਿਹੜਾ ਪਿਆਰ ਹੈ ਆਪਣੇ ਲਈ ਕਦੀ ਕੁਝ ਨਹੀਂ ਮੰਗਦੀਆਂ। ਇਹ ਆਪਣੇ ਪਰਿਵਾਰ ਦੇ ਲਈ ਕੁਰਬਾਨ ਹੁੰਦੀਆਂ ਹਨ। ਔਰ ਜਦ ਅਸੀਂ ਦੇਖਦੇ ਹਾਂ ਕਿ ਸਾਡੇ ਯੁੱਗ ਦਾ ਨਬੀ ਕਹਿੰਦਾ ਕਿ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਕਿ ਔਰਤਾਂ ਦੇ ਖਿਲਾਫ ਪ੍ਰਚਾਰ ਕਰਦਾ ਹੈ। ਉਹ ਕਹਿੰਦਾ ਮੈਂ ਔਰਤਾਂ ਦੇ ਖਿਲਾਫ ਪ੍ਰਚਾਰ ਨਹੀਂ ਕਰਦਾ, ਪਰ ਔਰਤਾਂ ਭੋਲੀਆਂ ਹਨ। ਇਹ ਇਸਤੇਮਾਲ ਹੋ ਜਾਂਦੀਆਂ ਹਨ, ਜਿਸ ਤਰ੍ਹਾਂ ਅਦਨ ਦੇ ਬਾਗ ਦੇ ਵਿੱਚ ਸ਼ੈਤਾਨ ਨੇ ਔਰਤ ਨੂੰ ਇਸਤੇਮਾਲ ਕਰ ਲਿਆ। ਇਹ ਕਮਜ਼ੋਰ ਹਨ। ਔਰ ਉਹ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਇੰਨੀਆਂ ਟ੍ਰੇਨਡ ਹੋਣ, ਇਹ ਸ਼ੈਤਾਨ ਨੂੰ ਖੁਦ ਡਾਂਟ ਸਕਣ। ਇਸ ਲਈ ਕਹਿੰਦਾ ਮੈਂ ਬਹੁਤ ਸਖਤ ਹੋ ਕੇ ਭੈਣਾਂ ਦੇ ਲਈ ਪ੍ਰਚਾਰ ਕਰਦਾ, ਮੈਂ ਖਿਲਾਫ ਨਹੀਂ ਆਣਾ ਦੇ। ਅੱਜ ਤੁਸੀਂ ਦੇਖਦੇ ਹਾਂ ਅਸੀਂ ਕਿ ਜਦ ਅਦਨ ਦੇ ਬਾਗ ਦੇ ਵਿੱਚ ਔਰਤ ਜਿਹੜੀ ਸੀ ਇਹ ਬਹੁਤ ਕਮਜ਼ੋਰ ਸੀ। ਇਹ ਕਮਜ਼ੋਰ ਬਰਤਨ ਕਿਹਾ ਜਾਂਦਾ ਹੈ ਔਰਤ ਨੂੰ। ਪਰ ਇੱਥੇ ਅਸੀਂ 3 ਔਰਤਾਂ ਦੇਖਦੇ ਹਾਂ ਕਿ ਇਹ ਕਮਜ਼ੋਰ ਬਰਤਨ ਹਨ। ਇੱਕ ਔਰਤ ਹੈ ਜਿਹੜੀ ਪਰਮੇਸ਼ਰ ਨੂੰ ਧਰਤੀ ਦੇ ਉੱਤੇ ਆਉਂਦਾ ਦੇਖਦੀ ਹੈ। ਉੱਥੇ ਇੱਕ ਦੂਸਰੀ ਔਰਤ ਹੈ ਜਿਹੜੀ ਪਰਮੇਸ਼ਰ ਨੂੰ ਮਹਿਮਾ ਦੇ ਵਿੱਚ ਦੇਖਦੀ ਹੈ। ਔਰ ਇੱਕ ਔਰਤ ਹੈ ਜਿਹੜੀ ਪਰਮੇਸ਼ਰ ਨੂੰ ਮੁਰਦਿਆਂ ਦੇ ਵਿੱਚੋਂ ਜੀ ਉੱਠਦਾ ਦੇਖਦੀ ਹੈ। ਔਰ ਜਿਹੜਾ ਤੁਸੀਂ ਕੱਲ ਮਨਾਇਆ ਹੈ ਨਾ, ਜਿਹੜਾ ਕੱਲ ਮਨਾਇਆ ਹੈ ਮਹਿਲਾ ਦਿਵਸ, ਉਹ ਮਹਿਲਾ ਦਿਵਸ ਦਾ ਮਤਲਬ ਕੀ ਸੀਗਾ ਕਿ ਔਰਤਾਂ ਨੂੰ ਇੱਜ਼ਤ ਦਿੱਤੀ ਜਾਵੇ, ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ। ਇਹ ਸਿਰਫ ਗੱਲਾਂ ਹੀ ਹਨ। ਜਿਹੜਾ ਦਰਜਾ ਬਾਈਬਲ ਨੇ ਔਰਤਾਂ ਨੂੰ ਦਿੱਤਾ ਹੈ ਉਹ ਕੋਈ ਨਹੀਂ ਦੇ ਸਕਦਾ। ਔਰ ਜਦ ਅਦਨ ਦੇ ਬਾਗ ਦੇ ਵਿੱਚ ਔਰਤ ਨੂੰ ਸ਼ੈਤਾਨ ਨੇ ਇਸਤੇਮਾਲ ਕੀਤਾ, ਔਰਤ ਦਾ ਸਤਰ ਜਿਹੜਾ ਬਹੁਤ ਜ਼ਿਆਦਾ ਨੀਚੇ ਗਿਰ ਗਿਆ। ਔਰਤ ਨੂੰ ਬਹੁਤ ਹੀ ਘਟੀਆ ਨਜ਼ਰ ਦੇ ਨਾਲ ਦੇਖਣਾ ਲੱਗ ਪਏ ਲੋਕ। ਪਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਕਹਿੰਦਾ ਇਸੇ ਔਰਤ ਦਾ ਵੰਸ਼ ਇਸ ਸ਼ੈਤਾਨ ਦੇ ਸਿਰ ਨੂੰ ਕੁਚਲੇਗਾ। ਔਰ ਉਹੀ ਔਰਤ ਹੈ ਜਿਹੜੀ ਉੱਥੇ ਖੜੀ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ ਕਿ 3 ਔਰਤਾਂ ਜਿਹੜੀਆਂ ਹਨ ਉੱਥੇ, ਉਹਨਾਂ ਦੇ ਵਿੱਚ ਇੱਕ ਔਰਤ ਹੈ ਜਿਹਦੇ ਦੁਆਰਾ ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਜਿਹੜਾ ਰੁਤਬਾ ਬਾਈਬਲ ਨੇ ਭੈਣਾਂ ਨੂੰ ਦਿੱਤਾ ਹੈ, ਜਿਹੜਾ ਰੁਤਬਾ ਔਰਤ ਨੂੰ ਪਰਮੇਸ਼ਵਰ ਨੇ ਦਿੱਤਾ ਹੈ, ਸਾਡੇ ਪਰਮੇਸ਼ਵਰ ਨੇ, ਬਾਈਬਲ ਨੇ, ਦੁਨੀਆ ਦੇ ਵਿੱਚ ਕੋਈ ਨਹੀਂ ਦੇ ਸਕਦਾ। ਔਰ ਸਖਤ ਇਸ ਕਰਕੇ ਹੋਣਾ ਪੈਂਦਾ ਹੈ ਕਿ ਐਡਾ ਵੱਡਾ ਰੁਤਬਾ
ਔਰਤ ਜਿਹੜੀ ਹੈ ਪਰਮੇਸ਼ਰ ਦਾ ਧਰਤੀ ਦੇ ਉੱਤੇ ਆਉਣਾ ਦੇਖ ਸਕਦੀ ਹੈ। ਔਰਤ ਪਰਮੇਸ਼ਰ ਦਾ ਮੁਰਦਿਆਂ 'ਚੋਂ ਜੀ ਉੱਠਣਾ ਦੇਖ ਸਕਦੀ ਹੈ। ਔਰਤ ਪਰਮੇਸ਼ਰ ਨੂੰ ਮਹਿਮਾ ਦੇ ਵਿੱਚ ਆਉਂਦਾ ਦੇਖ ਸਕਦੀ ਹੈ। ਅਸੀਂ ਕਿੱਦਾਂ ਹੋਣ ਦੀ ਹੈ ਕਿ ਸਾਡੀਆਂ ਭੈਣਾਂ ਨੂੰ ਇੱਕ ਅਦਨਾ ਜਿਹਾ ਸ਼ੈਤਾਨ ਜਿਹੜਾ ਸ਼ਰਮਿੰਦਾ ਹੋ ਗਿਆ ਹੈ, ਹਾਰਿਆ ਗਿਆ ਹੈ, ਉਹ ਕਿੱਦਾਂ ਇਸਤੇਮਾਲ ਕਰ ਲਵੇ। ਇਸੇ ਲਈ ਹੀ ਸਾਡਾ ਯੋਗਦਾਨ ਵੀ ਜਿਹੜਾ ਹੈ ਉਹ ਬਹੁਤ ਸਖਤ ਸੀ ਇਸ ਮਾਮਲੇ ਦੇ ਵਿੱਚ ਕਿ ਸ਼ੈਤਾਨ ਭੈਣਾਂ ਨੂੰ ਇਸਤੇਮਾਲ ਨਾ ਕਰੇ। ਜਿਹੜੀ ਔਰਤ ਪਹਿਲਾਂ ਕਮਜ਼ੋਰ ਸੀ, ਕੀ ਹੁਣ ਉਹ ਕਮਜ਼ੋਰ ਹੈ? ਜਦ ਤੁਸੀਂ ਇਹ ਵਚਨ ਸੁਣਿਆ ਕਿ ਔਰਤ ਕਮਜ਼ੋਰ ਹੈ, ਤੁਹਾਨੂੰ ਤਕੜੇ ਹੋਣਾ ਪੈਣਾ ਹੈ। ਕੋਈ ਵੀ ਹੁਣ ਸ਼ੈਤਾਨ ਜਦ ਤੁਹਾਨੂੰ ਇਸਤੇਮਾਲ ਕਿੱਦਾਂ ਕਰਦਾ ਹੈ, ਸ਼ੈਤਾਨ ਭੈਣਾਂ ਨੂੰ ਇਸਤੇਮਾਲ ਕਿੱਦਾਂ ਕਰਦਾ ਹੈ, ਭੈਣਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਸੋਬਰ ਜਿਹਾ ਤਿਆਰ ਹੋਇਆ ਕਰੋ, ਉਹ ਵਧੀਆ ਕੱਪੜੇ ਪਾਇਆ ਕਰੋ, ਕਿਉਂਕਿ ਜਦ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ, ਜਦ ਤੁਸੀਂ ਵਿਆਹ ਸ਼ਾਦੀ 'ਚ ਜਾਂਦੇ ਹੋ, ਮੇਲੇ ਵਗੈਰਾ ਜਿੱਥੇ ਵੀ ਜਾਂਦੇ ਹੋ, ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਭਗਤਣੀਆਂ ਹੋ। ਬਹੁਤ ਸਾਰੇ ਲੋਕ ਕਹਿੰਦੇ ਵੀ ਦੇਖੋ ਅਸੀਂ ਮਨ ਸਾਫ਼ ਹੋਣਾ ਚਾਹੀਦਾ। ਤੁਸੀਂ ਜਿੰਨੀਆਂ ਮਰਜ਼ੀ ਭਗਤਣੀਆਂ ਹੋ, ਪਰ ਜਿਹੜਾ ਤੁਹਾਡੇ ਵੱਲ ਦੇਖ ਰਿਹਾ ਉਹ ਭਗਤ ਨਹੀਂ ਹੈ। ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਨਾਲ ਵੀ ਕੱਜ ਕੇ ਰੱਖਣਾ ਹੈ ਔਰ ਵਚਨ ਦੇ ਨਾਲ ਵੀ ਕੱਜ ਕੇ ਰੱਖਣਾ ਹੈ। ਆਪਾਂ ਹੀ ਹੁਣ ਜਿਹੜਾ ਗੀਤ ਗਾਇਆ ਸੀ ਵੀ ਉੱਡ ਜਾਣਾ ਹੈ, ਤੇ ਉਹਦੇ ਵਿੱਚ ਜਿਹੜੇ ਦੋ ਖੰਭਾਂ ਨੇ, ਇੱਕ ਨਵਾਂ ਨੇਮ ਤੇ ਇੱਕ ਪੁਰਾਣਾ ਨੇਮ, ਇਹ ਵੀ ਹਨ। ਇੱਕ ਜਿਹੜੇ ਦੋ ਖੰਭ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਦੇ ਨਾਲ ਤੁਸੀਂ ਉਡਾਰੀ ਮਾਰਨੀ ਹੈ, ਉਹ ਹੈ ਪਵਿੱਤਰ ਆਤਮਾ ਔਰ ਵਚਨ। ਜੇ ਤੁਹਾਨੂੰ ਵਚਨ ਦਾ ਨਹੀਂ ਪਤਾ, ਬੇਸ਼ੱਕ ਤੁਸੀਂ ਪਵਿੱਤਰ ਆਤਮਾ ਪਾਇਆ ਹੈ, ਤੁਸੀਂ ਉਡੋਗੇ ਨਹੀਂ। ਬਹੁਤ ਸਾਰੇ ਆਪਾਂ ਦੇਖਦੇ ਚਰਚਾਂ ਦੇ ਵਿੱਚ ਉਹ ਤਾੜੀ ਮਾਰਦੇ ਹਨ, ਗਿੱਧਾ ਪਾਉਂਦੇ ਰਹਿੰਦੇ, ਬਹੁਤ ਕੁਝ ਕਰਦੇ ਹਨ, ਪਰ ਵਚਨ ਬਾਰੇ ਨਹੀਂ ਪਤਾ ਹੈ, ਉਹ ਵੀ ਨਹੀਂ ਉਠਾਏ ਜਾਣਗੇ। ਔਰ ਸਾਡੇ ਸਮੇਂ ਦੇ ਸੰਦੇਸ਼ ਦੇ ਲੋਕ ਜਿਹੜੇ ਹੈ ਔਰ ਵਚਨ ਨੂੰ ਬਹੁਤ ਗਹਿਰਾਈ ਦੇ ਨਾਲ ਪਤਾ ਹੈ, ਅਗਰ ਪਵਿੱਤਰ ਆਤਮਾ ਨਹੀਂ ਹੈ ਤੇ ਉਹ ਵੀ ਨਹੀਂ ਉਠਾਏ ਜਾਣਗੇ। ਦੋਨੇ ਹੀ ਚੀਜ਼ਾਂ ਦਾ ਹੋਣਾ ਚਾਹੀਦਾ ਹੈ, ਪਵਿੱਤਰ ਆਤਮਾ ਵੀ ਹੋਵੇ ਔਰ ਵਚਨ ਦੀ ਸਮਝ ਵੀ ਹੋਵੇ। ਇਹ ਹਨ ਦੋ ਖੰਭ ਜਿਨ੍ਹਾਂ ਦੇ ਨਾਲ ਤੁਸੀਂ ਉਡਾਇਆ ਜਾਣਾ ਹੈ। ਔਰ ਇਹ ਦੋਨੇ ਹੀ ਚੀਜ਼ਾਂ ਜਿਹੜੀਆਂ ਹੈ ਭੈਣਾਂ ਦੇ ਕੋਲ ਵੀ ਹੋਣੀਆਂ ਚਾਹੀਦੀਆਂ। ਅਗਰ ਭੈਣ ਕੋਈ ਵਚਨ ਦੇ ਨਾਲ ਕੱਜੀ ਹੋਈ ਹੈ, ਵਚਨ ਉਹਦੇ ਅੰਦਰ ਹੈ, ਤਾਂ ਕਦੀ ਵੀ ਸ਼ੈਤਾਨ ਨੂੰ ਮੌਕਾ ਨਹੀਂ ਦੇਵੇਗੀ। ਨਹੂਮ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ, ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਹੁਣ ਉੱਥੇ ਹੁੰਦਾ ਕੀ ਹੈ ਕਿ ਮੰਨ ਲਓ ਉਹ ਜਿਹੜਾ ਮੈਂ ਕਿਹਾ ਕਿ ਬਾਜ਼ਾਰ ਦੇ ਵਿੱਚ ਜਿਹੜਾ ਤੁਹਾਡੇ ਵੱਲ ਵੇਖ ਰਿਹਾ ਹੈ, ਉਹਨੂੰ ਨਹੀਂ ਪਤਾ ਹੈ ਵਚਨ ਦੇ ਬਾਰੇ, ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਤਿਆਰ ਹੋਣਾ, ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਹਨ। ਦੋਸ਼ੀ ਕੌਣ ਹੋਇਆ? ਦੋਸ਼ੀ ਤੁਸੀਂ ਹੋਈਆਂ। ਉਹਦੇ ਤੋਂ ਵੀ ਵੱਡਾ ਦੋਸ਼ੀ ਕੌਣ ਹੈ? ਜਿਹਦੀ ਕਲੀਸਿਆ ਦੇ ਵਿੱਚ ਤੁਸੀਂ ਜਾਂਦੇ ਹੋ ਔਰ ਉਹ ਤੁਹਾਨੂੰ ਦੱਸਦਾ ਨੇਗਾ ਵੀ ਕਿੱਦਾਂ ਦੇ ਕੱਪੜੇ ਪਾਉਣੇ ਹੈ, ਕਿੱਦਾਂ ਤਿਆਰ ਹੋਣਾ ਹੈ। ਔਰ ਇਹ ਘੁੰਮ ਕੇ ਗੱਲ ਤੁਹਾਡੇ ਚਰਵਾਹੇ ਤੱਕ ਜਾਂਦੀ ਹੈ। ਉਹਨੇ ਦੋਸ਼ੀ ਠਹਿਰਨਾ ਹੈ ਅਗਰ ਉਹ ਨਹੀਂ ਦੱਸਦਾ। ਇਸ ਲਈ ਸਾਨੂੰ ਦੱਸਣਾ ਪੈਂਦਾ ਹੈ। ਔਰ ਗੁੱਸਾ ਕਰ ਲੈਂਦੇ ਬਹੁਤ ਵੀ ਬਹੁਤ ਸਖਤ ਪ੍ਰਚਾਰ ਕਰਦੇ ਆ। ਭੈਣਾਂ ਜਿਹੜੀਆਂ ਹਨ ਉਹ ਪੂਰਾ ਜ਼ੋਰ ਲਾ ਦਿੰਦੀਆਂ ਜਾ ਕੇ ਬਿਊਟੀ ਪਾਰਲਰਾਂ ਦੇ ਵਿੱਚ ਤਿਆਰ ਹੋਣ ਦੇ ਲਈ। ਅਗਲੀਆਂ ਕਹਿੰਦੀਆਂ ਕਿ 5-7 ਹਜ਼ਾਰ ਰੁਪਇਆ ਲਾਇਆ ਔਰ ਪਾਸਟ ਨੇ ਪ੍ਰਚਾਰ ਕੀਤਾ, ਸਾਰਾ ਮੂਡ ਖਰਾਬ ਕਰਕੇ ਰੱਖ ਦਿੱਤਾ। ਪਰ ਉੱਥੇ ਲਿਖਿਆ ਹੈ ਕਿ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀ ਕੌਣ ਹੋਵੇਗਾ? ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਭੈਣਾਂ ਬਿਊਟੀ ਪਾਰਲਰ ਦੇ ਵਿੱਚ ਜਾਂਦੀਆਂ ਕਿਉਂ? ਦਰਅਸਲ ਉਹਨਾਂ ਨੂੰ ਆਪਣੇ ਉੱਤੇ ਭਰੋਸਾ ਹੀ ਨਹੀਂਗਾ ਕਿ ਮੈਂ ਖੂਬਸੂਰਤ ਹਾਂ। ਉਹਨੂੰ ਭਰੋਸਾ ਨਹੀਂ ਹੁੰਦਾ, ਉਹਨੂੰ ਨਹੀਂ ਪਤਾ ਕਿ ਮੈਂ ਖੂਬਸੂਰਤ ਹਾਂ। ਉਹ ਕਿਤੇ ਜਾਂਦੀ ਹੈ ਕਿ ਉਹਨੂੰ ਕੋਈ ਖੂਬਸੂਰਤ ਬਣਾ ਦੇਵੇ, ਲਿਪਾ ਪੋਤੀ ਕਰਕੇ ਸਭੋ ਕੁਛ। ਉਹਨੂੰ ਵਿਸ਼ਵਾਸ ਹੀ ਨਹੀਂ ਹੁੰਦਾ। ਉਹ ਆਪਣੇ ਆ ਜਿਹੜੇ ਬੋਲਿਆ ਉਹਨੂੰ ਵਿਸ਼ਵਾਸ ਹੀ ਨਹੀਂਗਾ ਕਿ ਕਿੱਦਾਂ ਦੇ ਆ। ਉਹ ਇਹਨਾਂ ਨੂੰ ਢੱਕਦੀ ਹੈ ਕਿ ਅਸਲੀ ਬੁੱਲ ਨਾ ਦਿਸਣ, ਅਸਲੀ ਸਕਿਨ ਨਾ ਦਿਸੇ, ਅਸਲੀ ਅੱਖਾਂ ਨਾ ਦਿਸਣ। ਉਹਨਾਂ ਦੇ ਉੱਤੇ ਵੀ ਉਹ ਪਲਕਾਂ ਵਗੈਰਾ ਲਾਉਂਦੀਆਂ। ਪਰ ਮੈਂ ਤੁਹਾਨੂੰ ਕਹਿੰਦਾ ਕਿ ਬਾਈਬਲ ਦੇ ਵਿੱਚ ਇਦਾਂ ਦੀਆਂ ਔਰਤਾਂ ਹਨ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਇੰਨੀ ਕਿਰਪਾ ਕੀਤੀ ਹੈ ਕਿ ਉਹ ਪਰਮੇਸ਼ਰ ਦਾ ਧਰਤੀ ਉੱਤੇ ਆਉਣਾ ਵੀ ਦੇਖਦੀਆਂ ਹਨ ਔਰ ਪਰਮੇਸ਼ਰ ਦਾ ਧਰਤੀ ਦੇ ਉੱਤੇ ਉਠਾਇਆ ਜਾਣਾ ਵੀ ਦੇਖਦੀਆਂ। ਫਿਰ ਤੁਸੀਂ ਕਿੱਥੇ ਹੋਵੋਗੀਆਂ? ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? ਇਹ ਬਾਈਬਲ ਜਿਹੜੀ ਹੈ, ਇਹ ਸਾਰੀ ਜਿਹੜੀ ਕੁਰਬਾਨੀ ਹੈ, ਇਹ ਔਰਤ ਦੇ ਦੁਆਲੇ ਹੀ ਘੁੰਮਦੀ ਹੈ। ਔਰਤ ਦਾ ਹੀ ਇਹ ਪੰਗਾ ਪਾਇਆ ਹੋਇਆ ਸੀ, ਅਸੀਂ ਇਦਾਂ ਕਹਿ ਦਿੰਦੇ ਹਾਂ। ਪਰ ਉਹਦਾ ਕਸੂਰ ਨਹੀਂ ਸੀ, ਉਹ ਬਾਈ ਪ੍ਰੋਡਕਟ ਹੈ। ਉਹ ਬਾਈ ਪ੍ਰੋਡਕਟ ਹੈ। ਉਹਨੂੰ ਫੀਮੇਲ ਕਹਿੰਦੇ ਨਾ, ਫੀਮੇਲ ਇਹਦਾ ਮਤਲਬ ਹੈ ਕਿ ਉਹ ਸੰਪੂਰਨ ਨਹੀਂ, ਉਹ ਕਿਸੇ ਦੇ ਉੱਤੇ ਡਿਪੈਂਡ ਹੈ।
ਇਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਚਨ ਦੇ ਉੱਤੇ ਡਿਪੈਂਡ ਹੋਵੋ। ਜਦ ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਆ ਗਿਆ ਔਰ ਜਿਹੜੀ ਔਰਤ ਡਿੱਗ ਗਈ ਸੀ, ਉਹਨੇ ਉਸ ਔਰਤ ਨੂੰ ਉਹ ਦਰਜਾ ਦਿੱਤਾ ਜਿਹੜਾ ਕੋਈ ਨਹੀਂ ਦੇ ਸਕਦਾ। ਹਾਲੇਲੂਇਆ। ਤੁਸੀਂ ਜਾਣਦੇ ਹੋ ਇਹਦੇ ਵਿੱਚ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਹਨ ਔਰ ਮੈਂ ਕੱਲੀ ਕੱਲੀ ਬਾਰੇ ਦੱਸਣ ਲੱਗਾ। 19 ਔਰਤਾਂ ਹਨ ਬਾਈਬਲ ਦੇ ਵਿੱਚ ਜਿਨ੍ਹਾਂ ਦੇ ਦੁਆਲੇ ਸਾਰੀ ਬਾਈਬਲ ਘੁੰਮਦੀ ਹੈ। ਰਹਾਬ ਜਿਹੜੀ ਸੀ, ਇੱਕ ਰਹਾਬ, ਉਹ ਵੇਸ਼ਿਆ ਸੀ ਔਰ ਜਦ ਉਹਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ, ਇਸ ਵਚਨ ਦੇ ਉੱਤੇ ਵਿਸ਼ਵਾਸ ਕੀਤਾ, ਉਸਨੇ ਗਵਾਹੀ ਦਿੱਤੀ। ਜਦ 2 ਬੰਦੇ ਉਹਦੇ ਕੋਲ ਗਏ, ਉਹ ਕਹਿੰਦੀ ਕਿ ਮੈਂ ਜਾਣਦੀ ਹਾਂ ਤੁਹਾਡਾ ਪਰਮੇਸ਼ਰ ਜਿਹੜਾ ਹੈ ਅਤ ਮਹਾਨ ਪਰਮੇਸ਼ਰ ਹੈ। ਉਹ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੀ ਸੀ ਉਹਦਾ ਨਾਂ ਸੀ ਯਰੀਹੋ। ਉਹ ਕਹਿੰਦੀ ਮੈਨੂੰ ਪਤਾ ਹੈ ਕਿ ਤੁਸੀਂ ਇਹ ਯਰੀਹੋ ਸ਼ਹਿਰ ਨੂੰ ਜਿੱਤ ਲਵੋਗੇ, ਪਰ ਮੇਰੇ ਉੱਤੇ ਕਿਰਪਾ ਕਰਿਓ, ਮੇਰੇ ਉੱਤੇ ਤਾਂ ਮੇਰੇ ਪਰਿਵਾਰ ਦੇ ਉੱਤੇ ਕਿਰਪਾ ਕਰਿਓ। ਸਾਡੇ ਪ੍ਰਭੂ ਨੇ ਉਸ ਔਰਤ ਨੂੰ ਚੁੱਕ ਕੇ ਰਾਜਿਆਂ ਦੀ ਮਾਤਾ ਬਣਾ ਦਿੱਤਾ। ਵੈਸ਼ਿਆ ਸੀ, ਰਾਜਿਆਂ ਦੀ ਮਾਤਾ ਬਣਾ ਦਿੱਤਾ। ਸਿਰਫ ਵਿਸ਼ਵਾਸ ਕਰਨ ਦੇ ਦੁਆਰਾ ਹੀ, ਇਸ ਵਚਨ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਤੁਸੀਂ ਰੂੜੀ ਤੋਂ ਚੁੱਕ ਕੇ ਪਤਵੰਤਿਆਂ ਦੇ ਵਿੱਚ ਬਿਠਾ ਦਿੰਦਾ ਤੁਹਾਨੂੰ। ਤੇ ਭੈਣਾਂ ਨੂੰ ਜੇ ਮਾੜਾ ਜਿਹਾ ਅਸੀਂ ਕਹਿੰਦੇ ਵੀ ਤੁਸੀਂ ਮਾੜੀ ਜੀ ਕੁਰਬਾਨੀ ਕਰੋ, ਕਿਉਂਕਿ ਵਚਨ ਜਿਹੜਾ ਹੈ ਤੁਹਾਡੇ ਲਈ ਹੀ ਹੈ, ਤੁਹਾਡੇ ਆਲੇ ਦੁਆਲੇ ਹੀ ਸਾਰਾ ਵਚਨ ਘੁੰਮਦਾ। ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ? ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ? ਔਰਤ। ਜਿੰਨੇ ਵੱਡੇ ਵੱਡੇ ਹੋਟਲ, ਜਿੰਨੇ ਵੱਡੇ ਵੱਡੇ ਪੈਲੇਸ, ਜਿੰਨੇ ਵੱਡੇ ਵੱਡੇ ਬੈੱਡ ਲਾ ਲਓ, ਜਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਹਨ, ਉਹਨਾਂ ਦਾ ਬੇਸ ਹੈ ਔਰਤ। ਜਦ ਕਿਸੇ ਲੜਕੇ ਦਾ ਵਿਆਹ ਹੀ ਹੋਣਾ ਹੁੰਦਾ ਨਾ, ਉਹ ਲੱਗ ਪੈਂਦੇ ਵੀ ਵਧੀਆ ਕੋਠੀ ਬਣਾਓ, ਵਧੀਆ ਘਰ ਬਣਾਓ, ਔਰ ਜਿਹੜੀ ਗੱਡੀ ਦੇ ਵਿੱਚ ਉਹਨੇ ਲੈ ਕੇ ਆਉਣੀ ਹੈ ਨਾ, ਉਹ ਕਹਿੰਦਾ ਸਭ ਤੋਂ ਮਹਿੰਗੀ ਗੱਡੀ ਹੋਵੇ ਜਿਹਦੇ ਵਿੱਚ ਲੈ ਕੇ ਆਉਣਾ, ਭਾਵੇਂ ਉਹ ਬਾਅਦ ਵਿੱਚ 6 ਮਹੀਨੇ ਉਹ ਕਰਜ਼ਾ ਲਾਉਂਦਾ ਰਵੇ। ਇਹ ਸਭ ਕਾਸੇ ਦਾ ਜਿਹੜਾ ਬੇਸ ਹੈ ਔਰਤ, ਸਭੋ ਕੁਛ। ਜਦੋਂ ਬੱਚਾ ਪੜ੍ਹਦਾ ਵੀ ਤਾਂ ਕੀ ਕਹਿੰਦੇ ਆ, ਉਹ 4 ਕਲਾਸਾਂ ਪੜ੍ਹ ਲਾ, ਕੋਈ ਚੱਜ ਦੀ ਲੜਕੀ ਮਿਲ ਜਾਊ, ਨੌਕਰੀ ਕਰਦਾ ਕਾਹਦੇ ਲਈ? ਸਭੋ ਕੁਛ ਇਸੇ ਹੀ ਔਰਤ ਦੇ ਲਈ। ਔਰਤ ਸ੍ਰਿਸ਼ਟੀ ਦਾ ਪੋਲ ਹੈ ਜਿਹਦੇ ਆਲੇ ਦੁਆਲੇ ਸ੍ਰਿਸ਼ਟੀ ਘੁੰਮਦੀ ਹੈ। ਅਗਰ ਔਰਤ ਹੀ ਕਮਜ਼ੋਰ ਰਹੇਗੀ ਤਾਂ ਫਿਰ ਉਠਾਇਆ ਜਾਣਾ ਕਿੱਦਾਂ ਹੈ? ਔਰਤ ਹੀ ਹੈ ਜਿਹਨੇ ਉਠਾਏ ਜਾਣ ਦੇ ਵਿੱਚ ਤਿਆਰੀ ਕਰਾਉਣੀ ਹੈ। ਹਾਲੇਲੂਇਆ। ਔਰ ਸ਼ੈਤਾਨ ਜਿਹੜਾ ਹੈ, ਸ਼ੈਤਾਨ ਇਸਤੇਮਾਲ ਕਿਹਨੂੰ ਕਰਦਾ ਹੈ? ਸ਼ੈਤਾਨ ਇਸਤੇਮਾਲ ਕਰਦਾ ਹੈ ਔਰਤ ਨੂੰ। ਦੇਖਿਆ ਸੰਗਤੀਆਂ ਦੇ ਵਿੱਚ ਜ਼ਿਆਦਾ ਕਮੇਟਣੀਆਂ ਔਰਤਾਂ ਨੂੰ ਇਸ ਲਈ ਸ਼ੈਤਾਨ ਫੜਦਾ, ਉਹ ਕਮਜ਼ੋਰ ਹਨ, ਉਹ ਆਪਣੇ ਆਪ ਦੇ ਉੱਤੇ ਡਿਪੈਂਡ ਨਹੀਂ ਹੁੰਦੀਆਂ। ਪਰ ਵਚਨ ਹੈ ਜਿਹੜਾ ਤੁਹਾਨੂੰ ਆਪਣੇ ਆਪ ਦੇ ਉੱਤੇ ਡਿਪੈਂਡ ਹੋਣਾ ਸਿਖਾਉਂਦਾ ਹੈ। ਉਹ ਵਚਨ ਦੱਸਦਾ ਕਿ ਕੋਈ ਪਤੀ ਨਹੀਂ ਹੈ, ਕੋਈ ਪੁੱਤਰ ਨਹੀਂਗਾ, ਉੱਥੇ ਸਾਰੇ ਹੀ ਪਰਮੇਸ਼ਰ ਦੇ ਸਾਹਮਣੇ ਬਰਾਬਰ ਹਨ। ਇਸ ਲਈ ਤੁਸੀਂ ਆਪਣੇ ਪਤੀ ਤੋਂ, ਕਈ ਵਾਰੀ ਭੈਣਾਂ ਹਨ ਉਹ ਕਹਿੰਦੇ ਮੈਂ ਤਾਂ ਆਪਣੇ ਪਤੀ ਲਈ ਮੇਕਅਪ ਕਰਦੀ ਹਾਂ, ਪਤੀ ਲਈ ਕਰਦੀ ਹੈ ਤੇ ਪਤੀ ਨੂੰ ਭਾਵੇਂ ਪਸੰਦ ਹੀ ਨਾ ਹੋਵੇ ਉਹ ਮੇਕਅਪ। 10 ਮਿੰਟ ਤਾਂ ਵਧੀਆ ਲੱਗਦਾ ਹੈ ਵੀ ਬੰਦੇ ਨੂੰ, ਪਰ ਜਦੋਂ ਉਹਨੂੰ ਬਿੱਲ ਭਰਨਾ ਪੈਂਦਾ ਬਿਊਟੀ ਪਾਰਲਰ ਦਾ ਨਾ, ਉਹਨੂੰ ਅੰਦਰੋਂ ਪੁੱਛੋ ਕੀ ਹਾਲ ਹੁੰਦਾ ਉਹਦਾ। ਥੋੜੀ ਦੇਰ ਤੁਹਾਨੂੰ ਉਹ ਕਹਿੰਦਾ ਇਦਾਂ ਹੀ ਠੀਕ ਆ, ਜਿੱਦਾਂ ਤੂੰ ਘੜੀ ਘੜੀ ਬਿਊਟੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ। ਇਦਾਂ ਦੇ ਬਿਊਟੀ ਪਾਰਲਰ 50,000 ਰੁਪਇਆ ਬਿੱਲ, ਕਈ ਪੱਕੇ ਲਾਏ ਆ ਬਿਊਟੀ ਪਾਰਲਰ, ਪੱਕੇ ਹੀ ਲਾ ਦਿੱਤੇ, ਪੱਕੇ ਹੀ। ਹਰ 10 ਦਿਨ ਬਾਅਦ ਜਾਣਾ ਹੈ, ਫੋਨ ਕਰਨਾ, ਹਾਂਜੀ ਉਹਦੀ ਸੀਟ ਖਾਲੀ ਹੁੰਦੀ ਆ। ਔਰ ਉਹ ਵਿਚਾਰੇ ਦਾ ਹਾਲ ਤੁਸੀਂ ਦੇਖੋ, ਤੁਸੀਂ ਤਿਆਰ ਹੋ ਕੇ ਆਉਂਦੀਆਂ ਕਿ ਉਹਨੂੰ ਵਧੀਆ ਲੱਗੋ, ਪਰ ਉਹ ਵਿਚਾਰਾ ਆਪਣੇ ਬਟੂਏ ਵੱਲ ਦੇਖਦਾ ਰਹਿੰਦਾ, ਉਹਦਾ ਕਿੰਨਾ ਬੁਰਾ ਹਾਲ ਹੁੰਦਾ ਉਹ ਤੁਸੀਂ ਨਹੀਂ ਜਾਣਦੀਆਂ ਅੰਦਰੋਂ। ਇਸ ਲਈ ਤੁਸੀਂ ਜਿੱਦਾਂ ਦੀਆਂ ਹੈਗੀਆਂ ਉੱਦਾਂ ਦੀਆਂ ਹੀ ਬਹੁਤ ਖੂਬਸੂਰਤ ਹੋ। ਤੁਸੀਂ ਆਪਣੇ ਉੱਤੇ ਵਿਸ਼ਵਾਸ ਕਰੋ, ਪਰਮੇਸ਼ਰ ਨੇ ਜਿਹਨੂੰ ਵੀ ਬਣਾਇਆ ਹੈ ਉਹਨੂੰ ਆਲਾ ਦਰਜੇ ਦਾ ਬਣਾਇਆ ਹੈ। ਜਿੱਦਾਂ ਦਾ ਇੱਕ ਬੰਦਾ ਬਣਾਤਾ ਉਹਨੇ ਦੂਜਾ ਉਹਦੇ ਨਾਲ ਉੱਦਾਂ ਦਾ ਬਣਾਇਆ ਹੀ ਨਹੀਂ। ਜੇ ਇੱਕ ਭਾਈ ਇਦਾਂ ਦਾ ਹੈ ਤਾਂ ਦੂਜਾ ਉਹਦੇ ਵਰਗਾ ਨਹੀਂਗਾ ਕੋਈ ਵੀ। ਤੁਸੀਂ ਕੀ ਕਰਦੇ ਹੋ? ਦੂਜੇ ਵੱਲ ਦੇਖਦੇ ਹੋ ਵੀ ਦੂਜਾ ਖਰੇ ਜ਼ਿਆਦਾ ਸੋਹਣਾ ਹੈ, ਔਰ ਦੂਜਾ ਤੁਹਾਡੇ ਵੱਲ ਦੇਖੀ ਜਾਂਦਾ, ਉਹ ਕਹੀ ਜਾਂਦਾ ਇਹੋ ਸੋਹਣਾ। ਇਦਾਂ ਹੀ ਭੈਣਾਂ ਕਰਦੀਆਂ, ਜਦੋਂ ਕੋਈ ਐਕਟਰਨੀ ਵਗੈਰਾ ਹੁੰਦੀ ਆ ਉਹਦੇ ਵੱਲ ਦੇਖਦੀਆਂ ਉਹ ਖਰੇ ਜ਼ਿਆਦਾ ਖੂਬਸੂਰਤ ਹੈ,
ਔਰ ਐਕਟਰੀ ਨੂੰ ਬਾਹਰਲੇ ਪਾਸੇ ਦੇਖੋ ਕਦੀ ਉਹਦੇ ਘਰ ਜਾ ਕੇ ਕਿੰਨਾ ਬੁਰਾ ਹਾਲ ਹੁੰਦਾ ਉਹਦਾ। ਇਸ ਲਈ ਮੈਂ ਭੈਣਾਂ ਦੇ ਲਈ ਜ਼ਿਆਦਾ ਮੈਂ ਕਿਹਾ ਵੀ ਭੈਣਾਂ ਲਈ ਹੀ ਪ੍ਰਚਾਰ ਕਰਦਾ, ਕਿਉਂਕਿ ਭੈਣਾਂ ਹੀ ਹਨ ਜਿਨ੍ਹਾਂ ਨੇ ਹਜੇ ਤੱਕ ਉਠਾਇਆ ਜਾਣਾ ਰੋਕਿਆ ਹੋਇਆ। ਕਿਉਂਕਿ ਬਹੁਤ ਵੱਡੇ ਵੱਡੇ ਬੰਦੇ ਸ਼ਮਸ਼ੂਨ ਯੋਧੇ ਵਰਗੇ ਕਿੱਦਾਂ ਫਸੇ ਰਹੇ। ਸ਼ਮਸ਼ੂਨ ਯੋਧਾ ਨਜ਼ੀਰ ਪੈਦਾ ਹੋਇਆ ਸੀ ਔਰ ਦਲਾਈ ਲਾਮਾ ਦੇ ਚੱਕਰ 'ਚ ਪੈ ਕੇ ਸਭੋ ਕੁਝ ਬਰਬਾਦ ਕਰ ਲਿਆ। ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ, ਪਰ ਤੁਸੀਂ ਆਪਣੇ ਆਪ ਨੂੰ ਵਚਨ ਦੇ ਨਾਲ ਕੱਜ ਕੇ ਰੱਖੋ। ਤੁਸੀਂ ਪ੍ਰਾਰਥਨਾ ਕਰੋ, ਪਵਿੱਤਰ ਆਤਮਾ ਦੇ ਨਾਲ ਭਰੀਆਂ ਹੋਵੋਗੀਆਂ, ਤੇ ਜਦ ਤੁਹਾਡੇ ਵੱਲ ਕੋਈ ਵੀ ਮਨੁੱਖ ਦੇਖੇਗਾ ਉਹਦੇ ਮਨ ਦੇ ਵਿੱਚ ਕਦੀ ਵੀ ਬੁਰਾ ਖਿਆਲ ਨਹੀਂ ਆਵੇਗਾ। ਇਹ ਤੁਹਾਡਾ ਰੁਤਬਾ ਉੱਚਾ ਕਰਦਾ ਹੈ ਵਚਨ। ਤੁਸੀਂ ਦੇਖੋ ਕਦੀ ਅਦਾਲਤ ਦੇ ਵਿੱਚ ਗਏ, ਉੱਥੇ ਜਿਹੜੀ ਜੱਜ ਲੜਕੀ ਬੈਠੀ ਹੁੰਦੀ ਹੈ, ਜਿੰਨੀ ਮਰਜ਼ੀ ਖੂਬਸੂਰਤ ਹੋਵੇ, ਕੋਈ ਬੰਦਾ ਜਦੋਂ ਦੇ ਮੂਹਰੇ ਜਾਂਦਾ ਹੈ ਮਾੜਾ ਖਿਆਲ ਆ ਸਕਦਾ ਮਨ ਦੇ ਵਿੱਚ, ਦੇਖ ਨਹੀਂ ਸਕਦਾ ਉਹਦੇ ਵੱਲ ਬੰਦਾ। ਜੋ ਜੱਜ ਬੈਠੀ ਹੁੰਦੀ ਆ, ਮੰਨ ਲਓ ਇੱਥੇ ਹੀ ਸ਼ਹਿਰ ਦੀ ਐਸਐਸਪੀ ਕੋਈ ਲੜਕੀ ਲੱਗੀ ਹੋਵੇ, ਕੋਈ ਮੁੰਡਾ ਦੇਖ ਸਕਦਾ ਉਹਦੇ ਵੱਲ, ਚੱਕਰ ਮਾਰ ਸਕਦਾ? ਨਹੀਂ, ਕਿਉਂਕਿ ਉਹਨੇ ਆਪਣਾ ਰੁਤਬਾ ਇਦਾਂ ਦਾ ਬਣਾਇਆ ਹੈ। ਇਹ ਵਚਨ ਤੁਹਾਡਾ ਇਦਾਂ ਦਾ ਰੁਤਬਾ ਬਣਾਉਣਾ ਚਾਹੁੰਦਾ ਹੈ ਕਿ ਕਿਸੇ ਦੀ ਹਿੰਮਤ ਨਾ ਪਵੇ ਤੁਹਾਡੇ ਵੱਲ ਦੇਖਣ ਦੀ। ਇਦਾਂ ਦਾ ਰੁਤਬਾ ਤੁਹਾਡਾ ਬਣਾਉਂਦਾ ਹੈ। ਔਰ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਤੋਂ ਬਰਤਨ ਨਾ ਬਣਾਓ ਕਿ ਜਿਹੜਾ ਮਰਜ਼ੀ ਉਹ ਦੇਖ ਕੇ ਤਾਂ ਕਮੈਂਟ ਕਰ ਦੇਵੇ। ਮਸੀਹੀ ਭੈਣਾਂ ਜਿਹੜੀਆਂ ਉਹ ਉਹਨਾਂ ਜੱਜਾਂ ਤੋਂ, ਉਹਨਾਂ ਅਫਸਰਾਂ ਤੋਂ ਕਿਤੇ ਵੱਧ ਕੇ ਹਨ, ਕਿਉਂਕਿ ਪਰਮੇਸ਼ਰ ਨੇ ਇਹਨਾਂ ਨੂੰ ਉਹ ਰੁਤਬਾ ਦਿੱਤਾ ਹੈ ਕਿ ਇਹੋ ਪਰਮੇਸ਼ਰ ਦਾ ਧਰਤੀ ਤੇ ਆਉਣਾ ਦੇਖ ਸਕਦੀਆਂ। ਇਸ ਲਈ ਇਹ ਜਿਹੜਾ ਕੱਲ ਤੁਸੀਂ ਮਨਾਇਆ ਹੈ, ਮੈਂ ਅੱਜ ਲੇਟ ਤੁਹਾਨੂੰ ਵਧਾਈਆਂ ਦੇ ਰਿਹਾ, ਕੋਈ ਨਹੀਂ, ਸਮਾਂ ਹੀ ਅੱਜ ਮਿਲਿਆ ਹੈ। ਤੁਸੀਂ ਵਧਾਈ ਦੇ ਪਾਤਰ ਹੋ। ਜੋ ਕੁਝ ਵੀ ਹੋ ਗਿਆ ਹੈ ਪਹਿਲਾਂ, ਭਾਵੇਂ ਤੁਸੀਂ ਜਿੱਦਾਂ ਦਾ ਮਰਜ਼ੀ ਜੀਵਨ ਪਾਇਆ ਹੈ, ਬਤੀਤ ਕੀਤਾ ਹੈ, ਪਰ ਜਦ ਅੱਜ ਤੁਸੀਂ ਇਹ ਵਚਨ ਸੁਣਿਆ ਹੈ, ਅੱਜ ਹੀ ਤੁਸੀਂ ਇਹ ਦੇਖਣਾ ਹੈ ਕਿ ਉਹ ਵੀ ਔਰਤ ਸੀ ਜਿਹਨੇ ਸਭ ਕੁਝ ਦੇਖਿਆ ਕਿ ਪਰਮੇਸ਼ਰ ਜਿਹੜਾ ਹੈ ਕਿਸ ਤਰ੍ਹਾਂ ਸਿੰਘਾਸਨ ਦੇ ਉੱਤੇ ਬੈਠਾ। ਉਹ ਨਾਰਮਲ ਔਰਤ ਸੀ। ਮਗਦਲੀਨੀ ਜਿਹੜੀ ਵਿਚਾਰੀ, ਮਗਦਲੀਨੀ ਜਿਹੜੀ ਸੀਗੀ, ਇਹ ਇੱਕ ਬਹੁਤ ਘਟੀਆ ਔਰਤ ਸੀ। ਇਹਨੂੰ ਵੀ 7 ਦੁਸ਼ਟ ਆਤਮਾ ਨੇ ਫੜਿਆ ਸੀਗਾ। ਇਹ ਵੀ ਸ਼ਰਾਬ ਪੀਂਦੀ ਸੀ, ਸਭੋ ਕੁਛ। ਔਰ ਪ੍ਰਭੂ ਯਿਸੂ ਮਸੀਹ ਇਹਨੂੰ ਮੈਂ ਖਾਨੇ 'ਚੋਂ ਚੁੱਕ ਕੇ ਲਿਆਇਆ ਸੀਗਾ। ਹਾਲੇਲੂਇਆ। ਔਰ ਇਹਨੇ ਹੀ ਪ੍ਰਭੂ ਦਾ ਜੀ ਉੱਠਣਾ ਦੇਖਿਆ। ਜਦ ਤੁਸੀਂ ਆਪਣਾ ਜੀਵਨ ਪ੍ਰਭੂ ਨੂੰ ਦੇ ਦੋਗੇ, ਜੋ ਕੁਛ ਵੀ ਪਹਿਲਾਂ ਹੋ ਗਿਆ ਸਭੋ ਕੁਛ ਖਤਮ ਹੋ ਜਾਏਗਾ। ਤੁਹਾਨੂੰ ਇੱਕ ਨਵਾਂ ਰੁਤਬਾ ਦਿੰਦਾ ਹੈ, ਤੁਹਾਨੂੰ ਇੱਕ ਮੁਕਾਮ ਦੇ ਉੱਤੇ ਪਹੁੰਚਾਉਣਾ ਚਾਹੁੰਦਾ ਹੈ। ਜਦ ਭੈਣ ਜਿਹੜੀ ਹੈ ਉਹ ਬਿਲਕੁਲ ਵਚਨ ਦੇ ਉੱਤੇ ਖੜੀ ਹੋਏਗੀ, ਸਖਤ ਹੋਵੇਗੀ, ਔਰ ਬੰਦੇ ਦੀ ਹਿੰਮਤ ਨਹੀਂ ਪਵੇਗੀ ਕਿ ਸ਼ਾਮ ਨੂੰ ਘਰ ਆ ਜਾਵੇ ਸ਼ਰਾਬ ਪੀ ਕੇ। ਜੇ ਭੈਣ ਬਿਲਕੁਲ ਸਹੀ ਹੋਵੇਗੀ ਵਚਨ ਦੇ ਉੱਤੇ, ਔਰ ਬੰਦੇ ਦੀ ਹਿੰਮਤ ਨਹੀਂ ਕਿ ਉਹ ਗਲਤੀ ਕਰ ਜਾਵੇ। ਹਾਲੇਲੂਇਆ। ਬੰਦੇ ਦੇ ਅਧੀਨ ਹੈ ਔਰਤ, ਬੰਦੇ ਦੇ ਅਧੀਨ ਹੈ। ਪਰ ਜਦ ਅਸੀਂ ਉਤਪਤੀ ਦੇ ਵਿੱਚ ਦੇਖਦੇ ਹਾਂ ਕਿ ਉਹਨੇ ਔਰਤ ਨੂੰ ਬੰਦੇ ਦਾ ਹੈਲਪਮੇਟ ਬਣਾਇਆ ਹੈ, ਕਿ ਜਿਹੜੀ ਆ ਸ੍ਰਿਸ਼ਟੀ ਹੈ ਇਹ ਔਰਤ ਤੋਂ ਬਿਨਾ ਅੱਗੇ ਵੱਧ ਨਹੀਂ ਸਕਦੀ। ਇਸ ਲਈ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਜਦ ਤੱਕ ਔਰਤ ਉਹਦੇ ਨਾਲ ਨਾ ਹੁੰਦੀ। ਹਾਲੇਲੂਇਆ। ਔਰ ਮੈਂ ਚਾਹੁੰਦਾ ਕਿ ਭੈਣਾਂ ਦਾ ਥੋੜਾ ਲੈਵਲ ਉੱਚਾ ਹੋਵੇ। ਬਹੁਤ ਲੋਕੀ ਪ੍ਰਚਾਰ ਕਰਦੇ ਆ ਕਿਉਂਕਿ ਬਾਈਬਲ ਦੇ ਵਿੱਚ ਜਦੋਂ ਸ਼ੁਰੂ ਦੇ ਵਿੱਚ ਦੇਖਦੇ ਆ ਤੇ ਔਰਤ ਦੀ ਬੇਪ੍ਰਤੀਤੀ ਦਾ ਕਰਕੇ ਹੀ ਸਾਰਾ ਜਿਹੜਾ ਸੰਸਾਰ ਪਾਪ ਦੇ ਵਿੱਚ ਚਲਾ ਗਿਆ। ਫਿਰ ਜ਼ਰੂਰੀ ਹੈ ਕਿ ਔਰਤ ਫਿਰ ਵਿਸ਼ਵਾਸ ਕਰੇ ਔਰ ਸਾਰਾ ਜਿਹੜਾ ਸੰਸਾਰ ਆ ਉਹ ਆਪਣੀ ਸਹੀ ਮੰਜ਼ਿਲ ਦੇ ਉੱਤੇ ਆਵੇ। ਔਰਤ ਨੇ ਹੀ ਕਰਨਾ ਹੈ ਸਭ ਕੁਝ। ਹਾਲੇਲੂਇਆ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਔਰਤ ਦਾ ਵੰਸ਼ ਹੀ ਸ਼ੈਤਾਨ ਦਾ ਸਿਰ ਕੁਚਲੇਗਾ। ਕਿਹੜੀ ਔਰਤ ਦਾ ਵੰਸ਼? ਅਤ ਪਵਿੱਤਰ ਔਰਤ, ਜਿਹਨੂੰ ਮਰੀਅਮ ਕਹਿੰਦੇ। ਔਰ ਕਈ ਵਾਰ ਕਈ ਭੈਣਾਂ ਜਿਹੜੀਆਂ ਹੈ ਉਹਨਾਂ ਨੂੰ ਕਹਿਣਾ ਪੈਂਦਾ ਵੀ ਤੁਸੀਂ ਇਦਾਂ ਨਾ ਕਰੋ, ਬਾਲ ਨਾ ਕਟਾਓ। ਔਰ ਉਹ ਜਿਹੜੇ ਬਾਲ ਕਟਾਉਂਦੀਆਂ, ਵਚਨ ਦੇ ਵਿੱਚ ਲਿਖਿਆ ਕਿ ਬਾਲ ਜਿਹੜੇ ਹਨ ਉਹਨੂੰ ਪਰਦੇ ਦੀ ਜਗ੍ਹਾ ਦਿੱਤੇ ਹਨ। ਔਰ ਭੈਣਾਂ ਜਿਹੜੀਆਂ ਉਹ ਕਟਾਉਂਦੀਆਂ, ਬਹੁਤ ਸਾਰੀਆਂ ਭੈਣਾਂ ਸਾਡੇ ਵਿੱਚ ਵੀ ਬੈਠੀਆਂ ਹੋਣੀਆਂ, ਉਹਨਾਂ ਨੇ ਵੀ ਕਟਾਏ ਹੋਣੇ ਆ। ਉਹ ਬਹਾਨਾ ਹੁੰਦਾ ਕਈ ਵਾਰੀ,
ਹਰ ਬੰਦਾ ਕਿਸੇ ਨਾ ਕਿਸੇ ਕੰਮ ਕਰਨ ਦਾ ਬਹਾਨਾ ਲੱਭ ਲੈਂਦਾ ਹੈ। ਚਰਚ ਦੇ ਵਿੱਚ ਜਿਹੜਾ ਨਹੀਂ ਹੈ ਉਹਦੇ ਕੋਲ ਵੀ ਬਹਾਨਾ ਹੁੰਦਾ ਹੈ। ਜੇ ਭੈਣ ਨੇ ਮੰਨ ਲਓ ਵਾਲ ਕਟਾਉਣੇ, ਉਹਦੇ ਕੋਲ ਵੀ ਬਹਾਨਾ ਹੁੰਦਾ ਹੈ ਵੀ ਮੇਰੇ ਵਾਲ ਲੰਬੇ ਨਹੀਂ ਹੁੰਦੇ, ਇਹ ਦੋ ਮੂਹੇ ਹੋ ਗਏ, ਟ੍ਰਿਮਿੰਗ ਕਰਨੀ ਹੈ, ਇਹਨਾਂ ਨੂੰ ਕਰਨੀ ਪੈਂਦੀ, ਨਹੀਂ ਤਾਂ ਮੇਰੇ ਵਾਲ ਨਹੀਂ ਚੰਗੇ ਹੋਣੇ, ਵਧਣੇ ਨੇਗੇ। ਹਰ ਚੀਜ਼ ਦਾ ਬਹਾਨਾ ਹੁੰਦਾ ਹੈ। ਪਰ ਜਦ ਤੁਸੀਂ ਵਚਨ ਨੂੰ ਗ੍ਰਹਿਣ ਕਰਦੇ ਹੋ ਸਾਰੇ ਬਹਾਨੇ ਚਲੇ ਜਾਂਦੇ ਹਨ। ਪ੍ਰਭੂ ਯਿਸੂ ਮਸੀਹ ਤੁਹਾਨੂੰ ਉੱਦਾਂ ਦੇ ਹੀ ਦੇਖਣਾ ਚਾਹੁੰਦਾ ਜਿੱਦਾਂ ਦੇ ਉਹਨੇ ਪੈਦਾ ਕੀਤੇ ਹਨ। ਵਚਨ ਦੇ ਵਿੱਚ ਲਿਖਿਆ ਹੈ ਡੋਂਟ ਪਾਇਰਸ ਯੂਅਰ ਬੋਡੀ, ਆਪਣੇ ਸਰੀਰ ਦੇ ਉੱਤੇ ਮੋਰੀਆਂ ਨਾ ਕੱਢੋ। ਤੇ ਕੰਨ ਵੀ ਜਿਹੜੇ ਆ ਸਰੀਰ ਦਾ ਹੀ ਹਿੱਸਾ ਹੈ, ਨੱਕ ਵੀ ਤੇ ਸਰੀਰ ਦਾ ਹੀ ਹਿੱਸਾ ਹੈ। ਵਚਨ ਕਹਿੰਦਾ ਹੈ। ਇਸ ਦੇ ਲਈ ਭੈਣਾਂ ਇਸ ਚੀਜ਼ ਦਾ ਗੁੱਸਾ ਨਾ ਕਰਨ, ਕਿਉਂਕਿ ਮੈਂ ਪਹਿਲਾਂ ਜਿਹੜਾ ਇਹੋ ਹੀ ਦੱਸਿਆ ਹੈ ਕਿ ਪਰਮੇਸ਼ਰ ਨੇ ਇਹਨਾਂ ਨੂੰ ਇੰਨਾ ਉੱਚਾ ਰੁਤਬਾ ਦਿੱਤਾ ਹੈ ਕਿ ਉਹ ਆਪਣੇ ਰੁਤਬੇ ਨੂੰ ਪਛਾਣ ਨਹੀਂ ਰਹੀਆਂ ਹਨ। ਉਹ ਸ਼ੈਤਾਨ ਦੇ ਹੱਥ ਦਾ ਕਠਪੁਤਲੀ ਬਣ ਕੇ ਰਹਿ ਗਈਆਂ। ਜਿੱਦਾਂ ਸ਼ੈਤਾਨ ਨਚਾਈ ਜਾਂਦਾ ਉਦਾਂ ਹੀ ਨੱਚੀ ਜਾਂਦੀਆਂ। ਜਿਹੜਾ ਨਰਕ ਹੈ, ਨਰਕ ਦਾ ਦਰਵਾਜ਼ਾ ਸ਼ੈਤਾਨ ਜਿਹੜਾ ਹੈ ਔਰਤ ਨੂੰ ਬਣਾ ਦਿੰਦਾ ਹੈ। ਤੁਸੀਂ ਕੋਈ ਵੀ ਚੀਜ਼ ਦੇਖਦੇ ਹੋ ਉਹਦੇ ਵਿੱਚ ਕੀ ਹੈ, ਉਹ ਜਿਹੜੀ ਮਸ਼ਹੂਰੀ ਆਉਂਦੀ ਹੈ, ਮੈਂ ਉਹਦੀ ਗਹਿਰਾਈ 'ਚ ਨਹੀਂ ਜਾਣਾ, ਤੁਸੀਂ ਸਭੋ ਜਾਣਦੇ ਹੋ। ਸਾਰੀ ਦੁਨੀਆ ਜਿਹੜੀ ਡਿਸਟਰਬ ਕਿਉਂ ਹੈ ਕਿ ਬੰਦਾ ਜਿਹੜਾ ਹੈ ਜਦ ਦੂਸਰੀ ਉੱਤੇ ਫਿਲਮ ਐਕਟਰੀ ਨੂੰ ਦੇਖਦਾ ਹੈ ਤਾਂ ਉਹ ਆ ਕੇ ਤੁਲਨਾ ਕਰਦਾ ਕਿ ਮੇਰੀ ਪਤਨੀ ਇਦਾਂ ਦੀ ਨਹੀਂ ਗੀ, ਪਰ ਉਹਦੀ ਪਤਨੀ, ਉਹਨੂੰ ਪਤਾ ਨਹੀਂਗਾ ਉਹਦੀ ਪਤਨੀ ਉਹਦੇ ਨਾਲੋਂ ਕੀ ਪਤਾ ਖੂਬਸੂਰਤ ਜ਼ਿਆਦਾ ਹੋਵੇ, ਔਰ ਉਹ ਤਾਂ ਉੱਤੇ ਲਿਪ ਪੋਤ ਕੇ ਆਈ ਹੈ। ਇਸ ਲਈ ਭਾਈਆਂ ਦੇ ਲਈ ਵੀ ਹੈ ਵੀ ਜਿਹੜੀ ਵੀ ਪਤਨੀ ਮਿਲੀ ਹੈ ਉਹ ਪਰਮੇਸ਼ਰ ਨੇ ਉਹਨੂੰ ਤੋਹਫਾ ਦਿੱਤਾ ਹੈ। ਵਚਨ ਦੇ ਵਿੱਚ ਲਿਖਿਆ ਕਿ ਜਿਹਨੂੰ ਵੋਟੀ ਮਿਲੀ ਹੈ ਉਹਨੂੰ ਸਭ ਤੋਂ ਵਧੀਆ ਚੀਜ਼ ਮਿਲੀ ਹੈ। ਔਰ ਜਿਹੜੀਆਂ ਔਰਤ ਹੈ ਇਹ ਬੰਦੇ ਨੂੰ ਇੱਕ ਤੋਹਫੇ ਵਜੋਂ ਦਿੱਤੀ ਗਈ ਹੈ। ਔਰ ਅੱਜ ਤੁਸੀਂ ਇਹ ਤੁਹਾਨੂੰ ਪਤਾ ਲੱਗ ਗਿਆ ਭੈਣਾਂ ਦਾ ਰੁਤਬਾ ਬਾਈਬਲ ਦੇ ਵਿੱਚ ਕੀ ਹੈ। ਦੁਨੀਆ ਦਾ ਕੋਈ ਵੀ ਧਰਮ, ਕੋਈ ਵੀ ਗ੍ਰੰਥ ਭੈਣਾਂ ਨੂੰ ਇੰਨੀ ਇੱਜ਼ਤ ਨਹੀਂ ਦਿੰਦਾ ਹੈ ਜਿੰਨੀ ਬਾਈਬਲ ਦਿੰਦੀ ਹੈ। ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ, ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਲੋਕ ਕਹਿੰਦੇ ਆ ਕਿ ਦੇਖੋ ਤੁਸੀਂ ਆਪਣੇ ਸੋਚਾਂ ਦੇ ਅਨੁਸਾਰ ਪਰਮੇਸ਼ਰ ਦੀ ਵਿਆਖਿਆ ਨਹੀਂ ਕਰ ਸਕਦੇ। ਜਿੱਦਾਂ ਹੁਣ ਇਹ ਪੁਲਪਟ ਹੈ, ਸਾਰੇ ਜਾਣਦੇ ਹੈ ਪੁਲਪਟ ਹੈ। ਕਿੱਦਾਂ ਜਾਣਦੇ ਹੋ ਇਹ ਪੁਲਪਟ ਹੈ? ਤੁਹਾਨੂੰ ਕਿੱਦਾਂ ਪਤਾ ਲੱਗਿਆ ਇਹ ਪੁਲਪਟ ਹੈ? ਅਸੀਂ ਇਹਨੂੰ ਕੋਈ ਕਹੇ ਲੱਕੜੀ ਕਹਿ ਸਕਦਾ, ਕੋਈ ਪਲਾਈ ਕਹਿ ਸਕਦਾ। ਇਹਨੂੰ ਪੁਲਪਟ ਤਾਂ ਕਹਿੰਦੇ ਕਿਉਂਕਿ ਕਿਤੇ ਕੋਈ ਇਦਾਂ ਦੀ ਚੀਜ਼ ਸੀਗੀ ਜਿਹੜਾ ਸਾਨੂੰ ਦੱਸਿਆ ਗਿਆ ਕਿ ਉਹਦੇ ਵੱਲ ਦੇਖ ਕੇ ਅਸੀਂ ਇਹਦੀ ਤੁਲਨਾ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਉਹ ਪੁਲਪਟ ਹੈ। ਸਮਝ ਰਹੇ ਹੋ ਇਸ ਚੀਜ਼ ਨੂੰ? ਜਦ ਤੱਕ ਇਹਨੂੰ ਤੁਸੀਂ ਪਹਿਲਾਂ ਕਿਤੇ ਨਹੀਂ ਦੇਖਿਆ ਹੋਵੇਗਾ, ਇਹਦੀ ਤੁਲਨਾ ਉਹਦੇ ਨਾਲ ਨਹੀਂ ਕੀਤੀ ਹੋਵੇਗੀ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਪੁਲਪਟ ਕਿਸ ਤਰ੍ਹਾਂ ਹੁੰਦਾ। ਇਸ ਲਈ ਜਿਨ੍ਹਾਂ ਲੋਕਾਂ ਨੇ ਕਦੀ ਪਰਮੇਸ਼ਰ ਨੂੰ ਜਾਣਿਆ ਨਹੀਂ, ਪਰਮੇਸ਼ਰ ਨੂੰ ਦੇਖਿਆ ਨਹੀਂ, ਉਹ ਕਿੱਦਾਂ ਜਾਣਨਗੇ ਕਿ ਪਰਮੇਸ਼ਰ ਕਿਸ ਤਰ੍ਹਾਂ ਦਾ ਹੁੰਦਾ ਹੈ? ਪਰਮੇਸ਼ਰ ਨੂੰ ਜਾਣਨ ਦੇ ਲਈ, ਦੇਖਣ ਦੇ ਲਈ ਉਹਦਾ ਇੱਕ ਕਰੈਕਟਰ ਹੁੰਦਾ ਹੈ ਪਰਮੇਸ਼ਰ ਦਾ। ਔਰ ਉਹ ਜਿਹੜਾ ਕਰੈਕਟਰ ਹੈ ਕਿ ਪਰਮੇਸ਼ਰ ਧਰਤੀ ਦੇ ਉੱਤੇ ਹੋਵੇਗਾ, ਵਿਆਹ ਨਹੀਂ ਕਰਾਵੇਗਾ, ਝੂਠ ਨਹੀਂ ਬੋਲੇਗਾ, ਔਰ ਉਹ ਕਿਸੇ ਦਾ ਨੁਕਸਾਨ ਨਹੀਂ ਕਰੇਗਾ। ਉਹ ਅਗਰ ਉਹਨੂੰ ਜ਼ਰੂਰਤ ਪਵੇ ਤਾਂ ਆਪਣੀ ਜਾਨ ਦੇ ਦੇਵੇਗਾ। ਇਹ ਹੈ ਪਰਮੇਸ਼ਰ ਦਾ ਕਰੈਕਟਰ। ਅੱਜ ਅਗਰ ਕੋਈ ਸਾਡੇ ਆਲੇ ਦੁਆਲੇ ਜਾਂ ਕੋਈ ਧਰਤੀ ਦੇ ਉੱਤੇ ਆਪਣੇ ਆਪ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਕਰੇਗਾ ਤੇ ਸਾਨੂੰ ਪਤਾ ਹੈ ਕਿ ਪਰਮੇਸ਼ਰ ਕਿੱਦਾਂ ਦਾ ਹੁੰਦਾ ਹੈ। ਪਰਮੇਸ਼ਰ ਧਰਤੀ ਦੇ ਉੱਤੇ ਆ ਕੇ ਵਿਆਹ ਨਹੀਂ ਕਰਾਵੇਗਾ। ਪਰਮੇਸ਼ਰ ਧਰਤੀ ਦੇ ਉੱਤੇ ਆ ਕੇ ਵਿਆਹ ਕਰਾਵੇਗਾ ਤੇ ਕਿਹਦੇ ਨਾਲ ਕਰਾਵੇਗਾ? ਪਰਮੇਸ਼ਰ ਤਾਂ ਪਿਤਾ ਹੈ ਨਾ, ਪਰਮ ਪਿਤਾ ਪਰਮੇਸ਼ਰ ਹੈ। ਉਹ ਧਰਤੀ ਦੇ ਉੱਤੇ ਆ ਕੇ ਵਿਆਹ ਨਹੀਂ ਕਰਾਵੇਗਾ, ਬੱਚੇ ਪੈਦਾ ਨਹੀਂ ਕਰੇਗਾ। ਜਿੱਦਾਂ ਅੱਜ ਕੱਲ੍ਹ ਇੱਕ ਹੁਣ ਚੱਲ ਰਿਹਾ ਇੱਧਰ ਉਹ ਸਾਊਥ ਕੋਰੀਆ ਵਗੈਰਾ ਤੋਂ ਬਹੁਤ ਉਹ ਚੱਲਿਆ ਇੱਕ ਨਾ, ਘਰਾਂ ਦੇ ਵਿੱਚ ਆਉਂਦੇ ਆ ਉਹ ਜ਼ਿਆਦਾ ਤੱਕ ਭੈਣਾਂ ਵੀ ਯਿਸੂ ਮਸੀਹ ਆ ਗਿਆ, ਯਿਸੂ ਮਸੀਹ ਆ ਗਿਆ। ਉਹ ਪਤਾ ਨਹੀਂ ਕੀ ਉਹਦਾ ਨਾਂ ਰੱਖਿਆ ਉਹਨਾਂ ਨੇ, ਹੈਂ ਪਰਮੇਸ਼ਰ, ਪਤਾ ਨਹੀਂ ਕੀ ਹੈ। ਪਰਮੇਸ਼ਰ ਧਰਤੀ ਦੇ ਉੱਤੇ ਆਵੇਗਾ ਤੇ ਬੱਚੇ ਥੋੜੀ ਪੈਦਾ ਕਰੇਗਾ, ਤੇ ਔਰਤ ਦੇ ਉਹਦੇ 'ਚ ਥੋੜੀ ਆਵੇਗਾ। ਆਹੋ ਉਹ ਵੀ ਇੱਕ ਐਨਕਾਂ ਲਾ ਕੇ ਮੈਂ ਦੱਸਦਾ ਕਿ ਇੱਧਰ ਇਲਾਕੇ 'ਚ, ਐਸੇ ਇਲਾਕੇ 'ਚ ਬਹੁਤ ਜ਼ਿਆਦਾ ਚੱਲ ਰਿਹਾ ਹੈ। ਇਸ ਕਰਕੇ ਤੁਹਾਨੂੰ ਦੱਸਦਾ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਹੈ। ਤੁਹਾਡੇ ਹੀ ਇੱਥੇ ਫਗਵਾੜੇ ਦੇ ਇਲਾਕੇ ਦੇ ਵਿੱਚ ਇੱਕ ਹੋਰ ਹੈ ਯਹੋਵਾ ਵਿਟਨੈਸ।
ਯਹੋਵਾ ਵਿਟਨੈਸ ਵਾਲਿਆਂ ਦੇ ਨਾਲ ਮੇਰੀ ਬਹੁਤ ਝੜਪ ਹੁੰਦੀ ਹੈ। ਯਹੋਵਾ ਵਿਟਨੈਸ ਵਾਲੇ ਕਹਿੰਦੇ ਕਿ ਦੇਖੋ ਯਿਸੂ ਮਸੀਹ ਤਾਂ ਇੱਕ ਸ਼ਰੀਰ ਹੈ ਜਿਸ ਨੂੰ ਯਹੋਵਾ ਨੇ ਇਸਤੇਮਾਲ ਕੀਤਾ ਹੈ, ਔਰ ਅਸੀਂ ਕਹਿੰਦੇ ਆ ਕਿ ਯਿਸੂ ਮਸੀਹ ਕੱਲ ਅੱਜ ਤੇ ਯੁਗੋ ਯੁਗ ਇੱਕੋ ਜਿਹਾ ਹੈ। ਇੱਕ ਛੋਟਾ ਜਿਹਾ ਸਵਾਲ ਮੈਂ ਤੁਹਾਨੂੰ ਦੱਸਦਾ ਕਿ ਮੰਨ ਲਓ ਯਹੋਵਾ ਨੇ ਜਗਤ ਨੂੰ ਪ੍ਰੇਮ ਕੀਤਾ, ਇਦਾਂ ਲਿਖਿਆ ਕਿ ਪਰਮੇਸ਼ਰ ਨੇ ਜਗਤ ਨੂੰ ਪ੍ਰੇਮ ਕੀਤਾ। ਯਹੋਵਾ ਨੇ ਜਗਤ ਨੂੰ ਪ੍ਰੇਮ ਕੀਤਾ ਹੈ ਤੇ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਕਿਉਂ ਚੜਾਇਆ ਹੈ? ਪਿਆਰ ਤਾਂ ਉਹਨੇ ਕੀਤਾ ਹੈ, ਤੇ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਕਿਉਂ ਚੜਾਇਆ ਹੈ? ਜਿਹੜਾ ਪਿਆਰ ਕਰੇਗਾ ਉਹਨੂੰ ਹੀ ਮਰਨਾ ਪਵੇਗਾ। ਇਹ ਨਹੀਂ ਵੀ ਮੈਂ ਪਿਆਰ ਕਰਾਂ ਤੇ ਮੈਂ ਚੱਕ ਕੇ ਆਪਣੇ ਦੂਜੇ ਕਿਸੇ ਬੱਚੇ ਨੂੰ ਚੁੱਕ ਕੇ ਮੈਂ ਸਲੀਬ ਤੇ ਚੜਾ ਦਾਂ, ਇਹ ਤਾਂ ਧੋਖਾ ਹੋਵੇਗਾ। ਇਹ ਧੋਖਾ ਨਹੀਂ ਹੈ। ਯਿਸੂ ਮਸੀਹ ਨੂੰ ਫਿਰ ਸਲੀਬ ਦੇ ਉੱਤੇ ਕਿਉਂ ਚੜਾਇਆ ਗਿਆ? ਯਿਸੂ ਮਸੀਹ ਦੀ ਫਿਰ ਕੁਰਬਾਨੀ ਕਿਉਂ ਹੋਈ ਹੈ? ਇਸ ਚੀਜ਼ ਦਾ ਜਵਾਬ ਨਹੀਂ ਲੱਭਦਾ ਹੁਣ। ਹੈ ਕਿ ਮੰਨ ਲਓ ਕਿ ਪਰਮੇਸ਼ਰ ਜਿਹੜਾ ਹੈ ਉਹ ਹੋ ਰਿਹਾ ਤੇ ਯਿਸੂ ਮਸੀਹ ਇੱਕ ਮਨੁੱਖ ਹੈ, ਪਰਮੇਸ਼ਰ ਨੇ ਉਹਨੂੰ ਇਸਤੇਮਾਲ ਕਰ ਲਿਆ। ਪਰਮੇਸ਼ਰ ਤਾਂ ਮੈਨੂੰ ਵੀ ਇਸਤੇਮਾਲ ਕਰ ਸਕਦਾ, ਤੁਹਾਨੂੰ ਵੀ ਇਸਤੇਮਾਲ ਕਰ ਸਕਦਾ, ਤੇ ਕੁਰਬਾਨੀ ਮੇਰੀ ਦੇ ਦੇਗਾ ਪਰਮੇਸ਼ਰ, ਕੁਰਬਾਨੀ ਥੋੜੀ ਦੇਵੇਗਾ। ਔਰ ਇੱਕ ਹੋਰ ਚੀਜ਼ ਹੈ ਜਿਹੜਾ ਇੱਥੇ ਬਹੁਤ ਜ਼ਿਆਦਾ ਰੌਲਾ ਪੈਂਦਾ ਹੁੰਦਾ, ਕਈ ਲੋਕ ਜਿੱਦਾਂ ਕਿ ਬਪਤਿਸਮੇ ਦੇ ਨਾਂ ਤੇ ਬਹੁਤ ਜ਼ਿਆਦਾ ਰੌਲਾ ਪੈਂਦਾ। ਬਪਤਿਸਮੇ ਦੇ ਨਾਂ ਤੇ ਬਹੁਤ ਜ਼ਿਆਦਾ ਰੌਲਾ ਪੈਂਦਾ, ਕਹਿੰਦੇ ਕਿ ਬਪਤਿਸਮਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ। ਬਹੁਤ ਸਾਰੇ ਸਾਡੇ ਪਾਸਟਰ ਸਾਹਿਬਾਨ ਹੋਣਗੇ, ਜੇ ਉਹਨਾਂ ਦਾ ਸਵਾਲ ਹੋਵੇਗਾ ਮੇਰੇ ਨਾਲ ਬਾਅਦ ਵਿੱਚ ਬੈਠ ਸਕਦੇ ਹੈ। ਬਪਤਿਸਮਾ ਦਰਅਸਲ ਜਿੱਦਾਂ ਅਸੀਂ ਸਮਝਾਉਂਦੇ ਆ ਲੋਕ ਕਿ ਬਪਤਿਸਮਾ ਜਿਹੜਾ ਰਸੂਲਾਂ ਦੇ ਕਿਤਾਬ 2:38 ਤੋਂ ਜਦੋਂ ਸ਼ੁਰੂ ਕਰਦੇ, ਉਹ ਕਹਿੰਦੇ ਨਹੀਂ ਇਹ ਤਾਂ ਪਤਰਸ ਦੀ ਗੱਲ ਹੈ। ਪਤਰਸ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਆ। ਬਪਤਿਸਮਾ ਜਿਹੜਾ ਹੈ ਕੁਰਬਾਨੀ ਤੋਂ ਸ਼ੁਰੂ ਹੁੰਦਾ ਹੈ। ਅਗਰ ਕੋਈ ਬੰਦਾ ਪ੍ਰਭੂ ਭੋਜ ਲੈਂਦਾ ਹੈ ਤੇ ਉਹਨੂੰ ਸਮਝ ਆਉਣੀ ਚਾਹੀਦੀ ਕਿ ਬਪਤਿਸਮਾ ਹੈ ਕੀ ਚੀਜ਼ ਹੈ। ਉੱਥੇ ਹੁੰਦਾ ਕਿ ਜਦ ਕਿਸੇ ਜਾਨਵਰ ਨੇ ਜਦ ਕੁਰਬਾਨੀ ਦੇਣੀ ਹੁੰਦੀ ਸੀ, ਜਿਹੜੇ ਬੰਦੇ ਨੇ ਪਾਪ ਕੀਤਾ ਹੁੰਦਾ ਸੀ ਉਸ ਦੇ ਉੱਤੇ ਹੱਥ ਰੱਖਦਾ ਸੀ। ਮੰਨ ਲਓ ਲੇਲੇ ਦੀ ਕੁਰਬਾਨੀ ਦੇਣੀ ਹੈ ਤਾਂ ਲੇਲੇ ਦੇ ਉੱਤੇ ਆਪਣਾ ਹੱਥ ਰੱਖਦਾ ਸੀ, ਤੇ ਜਿਹੜਾ ਜਾਜਕ ਹੁੰਦਾ ਸੀ ਲੇਲੇ ਨੂੰ ਕੱਟਦਾ ਸੀ ਜਦੋਂ ਜਾਨਵਰ ਤੜਫਦਾ ਸੀ, ਔਰ ਬੰਦਾ ਕਹਿੰਦਾ ਮੈਂ ਆਪਣੇ ਸਾਰੇ ਪਾਪ ਇਸ ਲੇਲੇ ਦੇ ਉੱਤੇ ਰੱਖਦਾ ਹਾਂ, ਔਰ ਉਹ ਬੰਦਾ ਜਿਹੜਾ ਫਿਰ ਲਹੂ ਉਹਦੇ ਉੱਤੇ ਵੀ ਛਿੱਟੇ ਪੈਂਦੇ ਸੀ, ਔਰ ਫਿਰ ਉਸ ਬੰਦੇ ਨੂੰ ਵੀ ਪਾਣੀ ਦੇ ਵਿੱਚ ਨਲਾਇਆ ਜਾਂਦਾ ਸੀ। ਔਰ ਇੱਥੇ ਅਸੀਂ ਕਹਿੰਦੇ ਕਿ ਜੇ ਪਾਪ ਰੱਖਣ ਦੇ ਲਈ ਕੋਈ ਦੇਹ ਚਾਹੀਦੀ ਹੈ ਤੇ ਕੀ ਪਿਤਾ ਦੇ ਉੱਤੇ ਤੁਸੀਂ ਆਪਣੇ ਪਾਪ ਲੱਦ ਸਕਦੇ ਹੋ? ਕੀ ਪਵਿੱਤਰ ਆਤਮਾ ਦੇ ਉੱਤੇ ਤੁਸੀਂ ਆਪਣੇ ਪਾਪ ਲੱਦ ਸਕਦੇ ਹੋ? ਪਾਪ ਲੱਦਣ ਦੇ ਲਈ ਜ਼ਰੂਰੀ ਹੈ ਕੋਈ ਦੇਹ ਹੋਵੇ ਜਿਹਦੀ ਕੁਰਬਾਨੀ ਹੋਣੀ ਹੈ। ਤੇ ਉੱਥੇ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਹੱਥ ਰੱਖਦੇ ਹਾਂ ਕਿ ਅਸੀਂ ਉਹਦੇ ਨਾਲ ਗਾੜੇ ਜਾਂਦੇ ਹਾਂ। ਤੇ ਬਪਤਿਸਮਾ ਵੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੈ। ਬਪਤਿਸਮਾ ਇੱਥੋਂ ਨਹੀਂ ਸ਼ੁਰੂ ਹੁੰਦਾ ਕਿ ਰਸੂਲਾਂ ਦੇ ਕਿਤਾਬ 2:38 ਤੋਂ ਬਪਤਿਸਮਾ ਸ਼ੁਰੂ ਨਹੀਂ ਹੁੰਦਾ। ਬਪਤਿਸਮਾ ਸ਼ੁਰੂ ਹੁੰਦਾ ਪਸਾਹ ਤੋਂ। ਬਪਤਿਸਮਾ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਸ਼ੁਰੂ ਹੁੰਦਾ ਹੈ। ਸਾਡੇ ਪਾਪਾਂ ਦੀ ਖਾਤਰ ਕੌਣ ਮਰਿਆ ਹੈ? ਪਿਤਾ ਮਰ ਨਹੀਂ ਸਕਦਾ ਹੈ, ਪਵਿੱਤਰ ਆਤਮਾ ਮਰ ਨਹੀਂ ਸਕਦਾ ਹੈ। ਮਰਦਾ ਹੈ ਤਾਂ ਪੁੱਤਰ ਮਰਦਾ ਹੈ। ਉਹ ਹੀ ਪੁੱਤਰ ਜਿਹਨੇ ਔਰਤ ਦਾ ਮੁਕਾਮ ਇੰਨਾ ਉੱਚਾ ਕੀਤਾ ਹੈ। ਉਹਦੇ ਤੋਂ ਬਿਨਾ ਕੋਈ ਛਡਾਉਂਦਾ ਨਹੀਂ। ਔਰ ਪਹਿਲਾ ਯੋਹੰਨਾ ਉਹਦਾ 5 ਨੰਬਰ ਅਧਿਆਏ ਉਹਦੀ 7 ਔਰ 8 ਐਤਾਂ ਦੇ ਵਿੱਚ, ਪੰਜਾਬੀ ਦੀ ਬਾਈਬਲ ਦੇ ਵਿੱਚ ਜਿਹੜੀ ਹੈ ਇੱਕ ਐਤ ਉਹਨਾਂ ਨੇ ਗਾਇਬ ਕਰ ਦਿੱਤੀ ਹੈ। ਉਹਦੇ ਵਿੱਚ ਜਿਹੜੀ 7 ਨੰਬਰ ਐਤ ਹੈ ਉਹ ਕਹਿੰਦਾ ਵੀ ਸਵਰਗ ਦੇ ਵਿੱਚ 3 ਹਨ। ਦੇਰ ਆਰ 3 ਇਨ ਹੈਵਨ, ਫਾਦਰ, ਵਰਡ ਐਂਡ ਹੋਲੀ ਸਪਿਰਿਟ। ਸਵਰਗ ਦੇ ਵਿੱਚ 3 ਹਨ। ਪਿਤਾ ਹਨ, ਪਿਤਾ ਹੈ, ਸ਼ਬਦ ਹੈ ਤੇ ਪਵਿੱਤਰ ਆਤਮਾ। ਧਰਤੀ ਦੇ ਉੱਤੇ ਵੀ 3 ਹਨ। ਧਰਤੀ ਦੇ ਉੱਤੇ 3 ਕੌਣ ਹੈ? ਲਹੂ ਹੈ, ਪਾਣੀ ਹੈ, ਪਵਿੱਤਰ ਆਤਮਾ। ਇਹ ਲਹੂ ਤੇ ਪਾਣੀ ਕੀ ਹੈ? ਸਵਰਗ ਦੇ ਵਿੱਚ ਜਿਹੜੇ 3 ਹਨ, ਪਿਤਾ ਹੈ, ਸ਼ਬਦ ਹੈ ਤੇ ਪਵਿੱਤਰ ਆਤਮਾ। ਉਹਨਾਂ ਤਿੰਨਾਂ ਨੂੰ ਹੀ ਦੇਖਿਆ ਨਹੀਂ ਜਾ ਸਕਦਾ ਹੈ। ਉਹ ਦੇਖਣ ਵਾਲੀਆਂ ਚੀਜ਼ਾਂ ਨਹੀਂ ਹਨ। ਅਗਰ ਉਹਨੂੰ ਦੇਖਣਾ ਹੈ ਧਰਤੀ ਦੇ ਉੱਤੇ ਤਾਂ ਲਹੂ ਤੇ ਪਾਣੀ ਦੀ ਜ਼ਰੂਰਤ ਹੈ, ਔਰ ਲਹੂ ਤੇ ਪਾਣੀ ਨੂੰ ਹੀ ਯਿਸੂ ਮਸੀਹ ਕਹਿੰਦੇ ਹਨ, ਪਵਿੱਤਰ ਆਤਮਾ ਉਹਦੇ ਵਿੱਚ ਆਉਂਦਾ ਹੈ। ਧਰਤੀ ਦੇ ਉੱਤੇ ਜਿਹੜਾ ਸ਼ਰੀਰ ਹੈ ਲਹੂ ਔਰ ਪਾਣੀ, ਉਹੋ ਹੀ ਯਿਸੂ ਮਸੀਹ ਹੈ। ਔਰ ਉਹੋ ਜਿਹੜਾ ਉੱਪਰ ਪਵਿੱਤਰ ਆਤਮਾ ਹੈ, ਉਹੋ ਹੀ ਸ਼ਬਦ ਹੈ, ਉਹੋ ਹੀ ਪਿਤਾ ਹੈ। ਉਹ ਤਿੰਨੇ ਹੀ ਚੀਜ਼ਾਂ ਮਿਲ ਕੇ ਇੱਕ ਚੀਜ਼ ਬਣਦੀ ਹੈ, ਉਹ ਹੈ ਪ੍ਰਭੂ ਯਿਸੂ ਮਸੀਹ। ਉਹੋ ਹੀ ਪਿਤਾ ਹੈ, ਉਹੋ ਹੀ ਪੁੱਤਰ ਹੈ, ਉਹੋ ਹੀ ਪਵਿੱਤਰ ਆਤਮਾ ਹੈ।
ਬਹੁਤ ਸਾਰੇ ਲੋਕ ਸਾਡੇ ਉੱਤੇ ਇਲਜ਼ਾਮ ਲਾਉਂਦੇ ਕਿ ਓਨਲੀ ਜੀਸਸ। ਬਹੁਤ ਜ਼ਿਆਦਾ ਕਿਸੇ ਨਾਲ ਵੀ ਗੱਲ ਕਰੋ ਕਹਿੰਦੇ ਓਨਲੀ ਜੀਸਸ ਵਾਲੇ ਹੈ। ਅਸੀਂ ਓਨਲੀ ਜੀਸਸ ਵਾਲੇ ਨਹੀਂ ਹੈ। ਓਨਲੀ ਜੀਸਸ ਵਾਲੇ ਜਿਹੜੇ ਹਨ ਉਹ ਪਵਿੱਤਰ ਆਤਮਾ ਨੂੰ ਨਹੀਂ ਮੰਨਦੇ ਹਨ। ਅਸੀਂ ਪਵਿੱਤਰ ਆਤਮਾ ਨੂੰ ਮੰਨਦੇ ਹਾਂ। ਅਸੀਂ ਕਹਿੰਦੇ ਕਿ ਪੁਰਾਣੇ ਨੇਮ ਦੇ ਵਿੱਚ ਯਹੋਵਾ ਸੀ ਔਰ ਬਾਅਦ ਵਿੱਚ ਪੁੱਤਰ ਬਣਿਆ। ਅੱਜ ਸਾਡੇ ਵਿੱਚ ਪਵਿੱਤਰ ਆਤਮਾ ਹੈ। ਅਸੀਂ ਤਿੰਨਾਂ ਹੀ ਚੀਜ਼ਾਂ ਨੂੰ ਮੰਨਦੇ ਹਾਂ। ਔਰ ਲੋਕੀ ਆਪਣੇ ਦਿਮਾਗ 'ਚੋਂ ਕੱਢ ਦੇਣ ਕਿ ਅਸੀਂ ਓਨਲੀ ਜੀਸਸ ਵਾਲੇ ਹਾਂ। ਅਸੀਂ ਪਿਤਾ ਨੂੰ ਵੀ ਮੰਨਦੇ ਹਾਂ, ਅਸੀਂ ਪੁੱਤਰ ਨੂੰ ਵੀ ਮੰਨਦੇ ਹਾਂ, ਅਸੀਂ ਪਵਿੱਤਰ ਆਤਮਾ ਨੂੰ ਵੀ ਮੰਨਦੇ ਹਾਂ। ਔਰ ਬਾਈਬਲ ਵਿੱਚ ਆਇਤ ਹੈ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਜੀਵਨ ਉਹਦੇ ਵਿੱਚ ਨਹੀਂ ਹੈ। ਔਰ ਅਸੀਂ ਇਹ ਸਭ ਚੀਜ਼ਾਂ ਨੂੰ ਮੰਨਦੇ ਹਾਂ। ਅਸੀਂ ਵਚਨ ਨੂੰ ਉਦਾਂ ਹੀ ਮੰਨਦੇ ਹਾਂ ਜਿੱਦਾਂ ਵਚਨ ਹੈ। ਪ੍ਰਭੂ ਯਿਸੂ ਮਸੀਹ ਨੇ ਗਲਾਤੀਆਂ ਦੇ ਵਿੱਚ ਕਿਹਾ ਹੈ, ਉਹ ਜਿੰਨੇ ਫਰੀਸੀ ਸੀਗੇ ਉਹ ਵਿਵਸਥਾ ਦੀ ਬਹੁਤ ਗੱਲ ਕਰਦੇ ਸੀ, ਵਿਵਸਥਾ ਦੀ ਗੱਲ ਕਰਦੇ ਸੀ, ਮੂਸਾ ਨੂੰ ਮੰਨਦੇ। ਇਦਾਂ ਕਿਹਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਾਰੀ ਵਿਵਸਥਾ ਇੱਥੇ ਆ ਕੇ ਖਤਮ ਹੋ ਜਾਂਦੀ ਕਿ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪ੍ਰੇਮ ਕਰੋ। ਸਾਰੀ ਵਿਵਸਥਾ ਉਹਨੇ ਲਪੇਟ ਦਿੱਤੀ। ਜਦ ਤੁਸੀਂ ਇੱਕ ਦੂਜੇ ਨੂੰ ਪ੍ਰੇਮ ਕਰੋਗੇ ਤਾਂ ਤੁਸੀਂ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਪਹੁੰਚਾ ਸਕਦੇ ਹੋ। ਇਸ ਲਈ ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਆਇਆ ਤਾਂ ਕਿ ਔਰਤ ਦਾ ਵੰਸ਼ ਜਿਹੜਾ ਹੈ, ਸ਼ੈਤਾਨ ਨੇ ਜੋ ਕੀਤਾ ਸੀ ਉੱਥੇ, ਉਹਨੇ ਔਰਤ ਨੂੰ ਉਹਦੇ ਅਸਲੀ ਮੁਕਾਮ ਤੋਂ ਸੁੱਟਿਆ, ਉਹਦੇ ਉਸ ਮੁਕਾਮ ਤੱਕ ਔਰਤ ਨੂੰ ਪਹੁੰਚਾਇਆ ਹੈ ਪ੍ਰਭੂ ਯਿਸੂ ਮਸੀਹ ਨੇ। ਇਹ ਹੀ ਤੁਹਾਨੂੰ ਮੈਂ ਅੱਜ ਵਧਾਈ ਦਿੰਦਾ ਸੀਗਾ। ਹਾਲੇਲੂਇਆ। ਜਿਹੜੀ ਕੱਲ ਲੋਕ ਦਿੰਦੇ ਸੀ ਕਿ ਔਰਤ ਜਿਹੜੀ ਉਹ ਬਰਾਬਰ ਹੈ, ਬਰਾਬਰ ਕਹਿਣ ਦੇ ਨਾਲ ਨਹੀਂ ਹੁੰਦੀ, ਬਰਾਬਰ ਹੁੰਦੀ ਹੈ ਵਚਨ ਦੇ ਨਾਲ। ਮੇਰੇ ਵਿੱਚ ਵਚਨ ਹੋਵੇਗਾ, ਮੈਂ ਵੀ ਪਰਮੇਸ਼ਰ ਦਾ ਪੁੱਤਰ ਹਾਂ, ਤੁਹਾਡੇ ਵਿੱਚ ਵੀ ਵਚਨ ਹੋਵੇਗਾ ਤੇ ਤੁਸੀਂ ਵੀ ਪਰਮੇਸ਼ਰ ਦੀ ਧੀਆਂ ਹੈ। ਔਰ ਅੱਗੇ ਜਾ ਕੇ ਕੋਈ ਮਨੁੱਖ ਨਹੀਂਗਾ, ਕੋਈ ਔਰਤ ਨਹੀਂ, ਸਭ ਹੀ ਪਰਮੇਸ਼ਰ ਦੇ ਬੱਚੇ ਹਨ। ਇਹ ਹੈ ਤੁਹਾਨੂੰ ਅੱਜ ਮੇਰੇ ਵੱਲੋਂ ਤੋਹਫਾ। ਤੁਸੀਂ ਮਾਮੂਲੀ ਨਹੀਂ ਹੋ ਕਿ ਤੁਹਾਨੂੰ ਕੋਈ ਮਾਮੂਲੀ ਸਮਝੇ। ਤੁਸੀਂ ਪਰਮੇਸ਼ਰ ਦੀ ਉਹ ਬਣਾਈ ਹੋਈ ਰਚਨਾ ਹੋ ਜਿਹੜੀ ਸਾਡੇ ਛੁਟਕਾਰੇ ਦਾ ਕਾਰਨ ਬਣੀ। ਲੋਕ ਕਹਿੰਦੇ ਵੀ ਜਦ ਪਰਮੇਸ਼ਰ ਨੂੰ ਸ਼ੁਰੂ ਦੇ ਵਿੱਚ ਪਤਾ ਹੀ ਸੀਗਾ ਵੀ ਸ਼ੈਤਾਨ ਨੇ ਇਦਾਂ ਕਰਨਾ ਹੈ ਤੇ ਉਹ ਸ਼ੈਤਾਨ ਨੂੰ ਖਤਮ ਕਿਉਂ ਨਹੀਂ ਕਰ ਦਿੱਤਾ, ਔਰਤ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ? ਇਦਾਂ ਨਹੀਂ ਸੀ, ਕਿਉਂਕਿ ਉਹ ਪਰਮੇਸ਼ਰ ਤਦ ਹੀ ਹੈ ਜਦ ਸਾਡਾ ਛੁਟਕਾਰਾ ਕਰੇ। ਉਹ ਪਰਮੇਸ਼ਰ ਤਦ ਹੈ ਅਸੀਂ ਡਿੱਗੀਏ ਤਾਂ ਉਹ ਸਾਨੂੰ ਉਠਾਵੇ। ਰੋਸ਼ਨੀ ਦੀ ਅਹਿਮੀਅਤ ਉਦੋਂ ਹੈ ਜਦ ਹਨੇਰਾ ਹੋਵੇ। ਜ਼ਰੂਰੀ ਸੀ ਧਰਤੀ ਦੇ ਉੱਤੇ ਪਾਪ ਹੋਵੇ ਤਾਂ ਉਹ ਆਪਣੇ ਆਪ ਨੂੰ ਸਾਬਿਤ ਕਰੇ ਕਿ ਉਹ ਛੁਡਾਉਣਾ ਹੈ, ਜਾਣਦਾ ਹੈ, ਉਹ ਛੁਡਾਉਣ ਵਾਲਾ ਹੈ। ਔਰ ਉਹਦੇ ਵਿੱਚ ਐਡੀ ਵੱਡੀ ਯੋਜਨਾ ਦੇ ਵਿੱਚ ਉਹਨੇ ਬੰਦੇ ਨੂੰ ਨਹੀਂ ਇਸਤੇਮਾਲ ਕੀਤਾ, ਉਹਨੇ ਔਰਤ ਨੂੰ ਇਸਤੇਮਾਲ ਕੀਤਾ। ਔਰਤ ਪਰਮੇਸ਼ਰ ਦੀ ਯੋਜਨਾ ਦਾ ਹਿੱਸਾ ਹੈ। ਇਸ ਲਈ ਉਹਨਾਂ ਨੂੰ ਇਦਾਂ ਨਾ ਸੋਚੋ ਕਿ ਔਰਤ ਦੀ ਵਜ੍ਹਾ ਦੇ ਨਾਲ ਹੀ ਸਭ ਕੁਝ ਹੋਇਆ ਹੈ। ਔਰਤ ਪਰਮੇਸ਼ਰ ਦੀ ਯੋਜਨਾ ਦਾ ਹਿੱਸਾ ਹੈ ਕਿ ਮਨੁੱਖ ਜਾਤੀ ਪਾਪ ਦੇ ਵਿੱਚ ਡਿਗੇ ਤਾਂ ਪਰਮੇਸ਼ਰ ਜਿਹੜਾ ਹੈ ਉਹ ਪਰਮੇਸ਼ਰ ਕਹਾਵੇ ਆਪਣੇ ਆਪ ਨੂੰ। ਉਦੋਂ ਤੱਕ ਪਰਮੇਸ਼ਰ ਨਹੀਂ ਹੈ ਜਦ ਤੱਕ ਮਨੁੱਖ ਜਾਤੀ ਉਹਨੂੰ ਸਜਦਾ ਨਹੀਂ ਕਰਦੀ। ਔਰ ਮਨੁੱਖ ਜਾਤੀ ਉਹਨੂੰ ਸਜਦਾ ਤਦੇ ਕਰੇਗੀ ਜਦ ਉਹਦੇ ਲਈ ਉਹਨੇ ਕੁਝ ਕੀਤਾ ਹੋਵੇਗਾ। ਉਹਨੇ ਸਾਡੇ ਲਈ ਕੁਝ ਕੀਤਾ ਹੈ, ਇਸੇ ਲਈ ਅਸੀਂ ਉਹਦੇ ਅੱਗੇ ਝੁਕਦੇ ਹਾਂ। ਇਸੇ ਲਈ ਅਸੀਂ ਉਹਨੂੰ ਆਪਣਾ ਮੁਕਤੀ ਤਦੇ ਹੀ ਹੋਵੇਗੀ ਜੇ ਬੰਦਾ ਕਿਤੇ ਫਸਿਆ ਹੋਵੇਗਾ। ਜੇ ਫਸੇਗਾ ਨਾ ਕਿਤੇ ਤਾਂ ਮੁਕਤੀ ਕਾਹਦੇ ਤੋਂ? ਫਿਰ ਮੁਕਤੀ ਦਾਤਾ ਕਿੱਦਾਂ ਹੋਵੇਗਾ? ਮੁਕਤੀ ਦਾਤਾ ਉਹ ਤਦ ਹੀ ਹੁੰਦਾ ਹੈ ਜਦ ਬੰਦਾ ਪਹਿਲਾਂ ਕਿਤੇ ਫਸੇਗਾ। ਇਹ ਸਾਰੀ ਯੋਜਨਾ ਦਾ ਹਿੱਸਾ ਉਸਨੇ ਔਰਤ ਨੂੰ ਬਣਾਇਆ ਹੈ। ਇਸ ਲਈ ਔਰਤ ਜਿਹੜੀ ਹੈ ਉੱਥੇ ਹੀ ਆਪਣੇ ਆਪ ਨੂੰ ਨਾ ਬਿਠਾਏ ਰੱਖੇ ਕਿ ਮੈਂ ਤਾਂ ਕਮਜ਼ੋਰ ਹਾਂ, ਮੈਂ ਇਦਾਂ ਹਾਂ। ਔਰਤ ਜਿਹੜੀ ਹੈ ਉਹ ਪ੍ਰਾਰਥਨਾ ਕਰਕੇ ਆਪਣੇ ਪਤੀ ਨੂੰ, ਚਾਹੇ ਉਹ ਜਿੱਦਾਂ ਦਾ ਮਰਜ਼ੀ ਹੋਵੇ, ਉਹ ਬਚਾ ਸਕਦੀ ਹੈ। ਬੰਦਾ ਨਹੀਂ ਮੇਰੇ ਹਿਸਾਬ ਨਾਲ ਬਚਾ ਸਕਦਾ। ਬੰਦਾ ਤਾਂ ਵਿਚਾਰਾ ਬਿਜੀ ਹੁੰਦਾ ਕੰਮ ਦੇ ਵਿੱਚ। ਔਰਤ ਬਚਾ ਸਕਦੀ ਹੈ ਬੰਦੇ ਨੂੰ। ਔਰਤ ਜੇ ਸਹੀ ਤਰੀਕੇ ਦੇ ਨਾਲ ਪ੍ਰਾਰਥਨਾ ਕਰੇ, ਬੰਦਾ ਚਾਹੇ ਸਿਗਰਟਾਂ ਬੀੜੀਆਂ ਜੋ ਮਰਜ਼ੀ ਵੀ ਪੀਂਦਾ ਹੋਵੇ, ਔਰਤ ਪੂਰਾ ਤਹਈਆ ਕਰ ਲਵੇ, ਔਰਤ ਪਰਮੇਸ਼ਵਰ ਦੇ ਕੋਲੋਂ ਆਪਣੇ ਪਤੀ ਨੂੰ ਮੰਗ ਸਕਦੀ ਹੈ। ਇਸ ਲਈ ਬੰਦਾ ਵੀ ਮੰਗ ਸਕਦਾ ਹੈ, ਬੰਦਾ ਵੀ ਇਸ ਚੀਜ਼ ਦਾ ਹਿੱਸਾ ਬਣ ਸਕਦਾ ਹੈ। ਔਰ ਜਿਹੜੀਆਂ ਭੈਣਾਂ ਹਨ, ਮੈਂ ਉਹਨਾਂ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਜਿੱਦਾਂ ਦੀਆਂ ਪਰਮੇਸ਼ਰ ਨੇ ਬਣਾਈਆਂ ਹੈ ਉਹਦੇ ਵਿੱਚ ਹੀ ਸੰਤੁਸ਼ਟ ਰਹੋ। ਅਗਰ ਤੁਸੀਂ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਨੂੰ ਵਿਗਾੜਦੀਆਂ ਹੋ
ਇਹਦਾ ਮਤਲਬ ਵੀ ਪਰਮੇਸ਼ਰ ਨੇ ਤੁਹਾਨੂੰ ਇਦਾਂ ਦੇ ਬਣਾ ਦਿੱਤਾ, ਤੁਹਾਨੂੰ ਪਸੰਦ ਹੀ ਨਹੀਂਗਾ ਵੀ ਪਰਮੇਸ਼ਰ ਨੇ ਇਦਾਂ ਦੇ ਬਣਾਤਾ, ਪਰਮੇਸ਼ਰ ਨੇ ਗਲਤੀ ਕਰ ਦਿੱਤੀ ਤਾਂ ਉਹ ਬਿਊਟੀ ਪਾਰਲਰ ਵਾਲੀ ਜਿਹੜੀ ਉਹ ਸਹੀ ਕਰੇਗੀ ਉਹਨਾਂ ਗਲਤੀਆਂ ਨੂੰ ਜਿਹੜੀਆਂ ਪਰਮੇਸ਼ਰ ਨੇ ਕੀਤੀਆਂ। ਪਰਮੇਸ਼ਰ ਗਲਤੀ ਨਹੀਂ ਕਰਦਾ ਹੈ, ਜਿੱਦਾਂ ਦੇ ਉਹਨੇ ਬਣਾਇਆ ਹੈ ਉਹੋ ਹੀ ਤੁਸੀਂ ਖੂਬਸੂਰਤ ਹੋ। ਅਗਰ ਤੁਹਾਨੂੰ ਆਪਣੀ ਖੂਬਸੂਰਤੀ ਦੇ ਉੱਤੇ ਰਤਾ ਵੀ ਸ਼ੱਕ ਹੈ ਤਾਂ ਪਿੰਗਲਵਾੜੇ ਦੇ ਵਿੱਚ ਜਾ ਕੇ ਆਇਆ ਕਰੋ, ਕਦੀ ਕਦੀ ਪਿੰਗਲਵਾੜੇ ਜਾ ਕੇ ਆਇਆ ਕਰੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਜ਼ਿਆਦਾ ਭਾਗਾਂ ਵਾਲੇ ਹੋ, ਕਿੰਨੇ ਜ਼ਿਆਦਾ ਖੂਬਸੂਰਤ ਹੋ। ਜਦ ਤੁਸੀਂ ਪਿੰਗਲਵਾੜੇ ਜਾਓਗੇ ਫਿਰ ਪਤਾ ਲੱਗੇਗਾ। ਮੈਂ ਇੱਕ ਲੜਕੀ ਦੇਖੀ ਪਿੰਗਲਵਾੜੇ ਦੇ ਵਿੱਚ, ਇੱਕੋ ਹੀ ਅੱਖ ਉਹਦੀ, ਇੱਕੋ ਹੀ, ਇਧਰਲੇ ਪਾਸੇ ਹੈ ਹੀ ਕੁਛ ਨਹੀਂ। ਮੈਂ ਪਰਮੇਸ਼ਰ ਦਾ ਧੰਨਵਾਦ ਕੀਤਾ, ਪ੍ਰਭੂ ਕਿ ਤੂੰ 2 ਅੱਖਾਂ ਦਿੱਤੀਆਂ। ਤੁਸੀਂ ਜਾ ਕੇ ਦੇਖੋ ਕਦੀ ਪਿੰਗਲਵਾੜੇ ਦੇ ਵਿੱਚ, ਇਹ ਜਿਹੜੀਆਂ ਭੈਣਾਂ ਨੂੰ ਆਪਣੀ ਖੂਬਸੂਰਤੀ ਤੇ ਵਿਸ਼ਵਾਸ ਨਹੀਂਗਾ, ਉਹ ਪਿੰਗਲਵਾੜੇ ਦੇ ਵਿੱਚ ਜਾ ਕੇ ਦੇਖੋ। ਲੋਕ ਆਪਣੇ ਹੱਥ ਦੇ ਨਾਲ ਮੂੰਹ ਤੱਕ ਖਾਣਾ ਨਹੀਂ ਲਿਆ ਸਕਦੇ, ਲਾਲਾਂ ਟਪਕਦੀਆਂ ਰਹਿੰਦੀਆਂ ਨੇ, ਤੁਰ ਨਹੀਂ ਸਕਦੇ, ਬੈਠ ਨਹੀਂ ਸਕਦੇ, ਕਿੰਨਾ ਬੁਰਾ ਹਾਲ ਹੈ। ਪਰ ਤੁਹਾਨੂੰ ਜੋ ਪਰਮੇਸ਼ਰ ਨੇ ਬਣਾਇਆ ਹੈ, ਇੰਨੇ ਵਧੀਆ ਬਣਾਇਆ ਹੈ, ਤੁਸੀਂ ਫਿਰ ਵੀ ਪਰਮੇਸ਼ਰ ਨੂੰ ਉਲਾਂਭਾ ਦਿੰਦੇ ਹੋ ਕਿ ਮੈਨੂੰ ਚੰਗੀ ਨਹੀਂ ਬਣਾਇਆ, ਮੈਨੂੰ ਨਹੀਂ ਚੰਗੀ ਬਣਾਇਆ, ਮੈਂ ਉੱਥੇ ਜਾਵਾਂ ਬਿਊਟੀ ਪਾਰਲਰ ਦੇ ਵਿੱਚ ਜਾ ਕੇ ਤਾਂ ਚੰਗੀ ਬਣਾ। ਕਿਉਂਕਿ ਮੈਂ ਤੁਹਾਨੂੰ ਜਿਹੜਾ ਤੋਹਫਾ ਦੇ ਰਿਹਾ ਸੀ, ਮੈਂ ਕੰਪਲੀਟ ਤੋਹਫਾ ਦੇਣਾ ਹੈ ਜੋ ਵਚਨ ਕਹਿੰਦਾ ਹੈ। ਮੈਂ ਅੱਧਾ ਪਚੱਧਾ ਨਹੀਂ ਤੋਹਫਾ ਦੇਣਾ ਵੀ ਤੁਸੀਂ ਕਹੋ ਵੀ ਦੇਖੋ ਮਰੀਅਮ ਇਦਾਂ ਸੀ, ਪਰ ਮਰੀਅਮ ਦੇ ਵਰਗਾ ਜੀਵਨ ਵੀ ਜੀਣਾ ਹੈ, ਤਦ ਹੀ ਪਰਮੇਸ਼ਰ ਦਾ ਤੁਸੀਂ ਧਰਤੀ ਤੇ ਆਉਣਾ ਦੇਖੋਗੇ। ਪਰਮੇਸ਼ਰ ਫਿਰ ਆ ਰਿਹਾ ਹੈ ਬਹੁਤ ਜਲਦੀ, ਤਿਆਰੀ ਦੇ ਵਿੱਚ ਰਹੋ। ਯੁੱਧ ਦੀ ਤਿਆਰੀ ਲੱਗੀ ਹੋਈ ਹੈ, ਕਰ ਰਹੇ ਨਾ ਤਿਆਰ। ਡਰੇ ਹੋਏ ਲੋਕ ਹਨ ਵੀ ਕਦੀ ਵੀ ਯੁੱਧ ਹੋ ਸਕਦਾ, ਇਸ ਲਈ ਵਚਨ ਦੇ ਵਿੱਚ ਲਿਖਿਆ ਕਿ ਹਜੇ ਯੁੱਧ ਨਹੀਂ ਹੋਵੇਗਾ, ਕਿਉਂਕਿ ਜਦ ਤੁਸੀਂ ਇਸਰਾਇਲ ਨੂੰ ਫੌਜਾਂ ਦੇ ਨਾਲ ਘਿਰੀਆਂ ਦੇਖੋ ਤਾਂ ਫਿਰ ਸਮਾਂ ਹੋਰ ਨਹੀਂ ਆ। ਕਿਸੇ ਵੀ ਵੇਲੇ ਇਸਰਾਇਲ ਫੌਜਾਂ ਦੇ ਨਾਲ ਘਿਰ ਸਕਦਾ ਹੈ, ਇਸ ਲਈ ਸਮਾਂ ਹੋਰ ਨਿਗਾ। ਤੁਸੀਂ ਆਪਣੇ ਆਪ ਨੂੰ ਤਿਆਰ ਕਰੋ ਤਾਂ ਕਿ ਪਰਮੇਸ਼ਰ ਦੀ ਆਮਦ ਨੂੰ ਦੇਖੋ। ਪਰਮੇਸ਼ਰ ਜਦ ਲੈਣ ਆਵੇ ਤੇ ਅਸੀਂ ਉਹਦੇ ਨਾਲ ਬੱਦਲਾਂ ਦੇ ਉੱਤੇ ਉਠਾਏ ਜਾਈਏ। ਪਰ ਜੇ ਅਸੀਂ ਨਾ ਬਿਊਟੀ ਪਾਰਲਰਾਂ ਦੇ ਚੱਕਰਾਂ ਦੇ ਵਿੱਚ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਦੇ ਚੱਕਰ ਦੇ ਵਿੱਚ ਰਵਾਂਗੇ ਤੇ ਉਹ ਨਹੀਂ ਲੈ ਕੇ ਜਾਵੇਗਾ, ਇੱਥੇ ਹੀ ਰਹਿ ਜਾਏਗਾ ਸਭੋ ਕੁਝ। ਇਸ ਲਈ ਆਪਣੇ ਆਪ ਨੂੰ ਪਰਮੇਸ਼ਰ ਦੀ ਬਾਦਸ਼ਾਹਤ ਦੇ ਲਈ ਤਿਆਰ ਕਰੋ, ਔਰ ਇਹ ਬਾਦਸ਼ਾਹਤ ਹੀ ਉਹਦਾ ਅਸਲੀ ਤੋਹਫਾ ਹੈ। ਅਨੰਤ ਜੀਵਨ ਤੁਹਾਨੂੰ ਮਿਲਣ ਜਾ ਰਿਹਾ ਹੈ। ਐਸ ਜੀਵਨ ਨੂੰ ਤੁਸੀਂ ਜਿੰਨਾ ਮਰਜ਼ੀ ਸਵਾਰ ਲਓ, ਮੇਰੇ ਹਿਸਾਬ ਨਾਲ 10-15 ਸਾਲ ਤੋਂ ਜ਼ਿਆਦਾ ਨਹੀਂ ਸਵਾਰ ਸਕਦੀਆਂ। 10-15 ਸਾਲ ਮੰਨ ਲਓ, 45-50 ਤੋਂ ਬਾਅਦ ਉਦਾਂ ਨਹੀਂ ਚੰਗੀ ਲੱਗਦੀ ਨਾ ਬਿਊਟੀ ਪਾਰਲਰ ਤੇ ਬੈਠੀ। ਉਹ ਤੋਂ ਬਾਅਦ ਚੰਗੀ ਨਹੀਂ ਲੱਗਣੀ ਬਿਊਟੀ ਪਾਰਲਰ ਵਾਲੀ ਕੁਰਸੀ ਤੇ ਬੈਠੀ ਹੋਵੇ, ਉਹ ਵਿਚਾਰੀ ਕਵੇ ਵੀ ਮੈਂ ਫਾਊਂਡੇਸ਼ਨ ਕਿੱਦਾਂ ਕਰਾਂ, ਇਹ ਤਾਂ ਢਿੱਲਾ ਬੜਾ ਹੋ ਗਿਆ। ਇਸ ਲਈ 10-15 ਸਾਲ ਤੁਸੀਂ ਕੁਰਬਾਨ ਕਰਨੇ ਪਰਮੇਸ਼ਰ ਦੇ ਲਈ। ਤੁਸੀਂ ਪਰਮੇਸ਼ਰ ਦੇ ਲਈ ਨਿੱਕੀ ਜਿਹੀ ਕੁਰਬਾਨੀ ਨਹੀਂ ਕਰ ਸਕਦੇ। ਉਹਨੇ ਆਪਣਾ ਉਹ ਸਿੰਘਾਸਨ ਛੱਡ ਕੇ ਅਤ ਪਵਿੱਤਰ ਪਰਮੇਸ਼ਰ ਤੁਹਾਡੇ ਲਈ ਧਰਤੀ ਦੇ ਉੱਤੇ ਆ ਗਿਆ ਔਰ ਉਹਨੇ ਕੁਰਬਾਨੀ ਦੇ ਦਿੱਤੀ। ਇਸ ਲਈ ਆਪਣੇ ਆਪ ਨੂੰ ਪਰਮੇਸ਼ਰ ਦੇ ਹਵਾਲੇ ਕਰੋ। ਨਰਕ ਹੋਰ ਕੁਛ ਨਹੀਂਗਾ। ਜਿਹੜੇ ਲੋਕ ਕਹਿੰਦੇ ਨਾ ਅੱਗ ਦੀ ਝੀਲ, ਅੱਗ ਦੀ ਝੀਲ, ਅੱਗ ਦੀ ਝੀਲ ਨਰਕ ਨਹੀਂਗਾ। ਉਹਨੇ ਧਰਤੀ ਦਾ ਨਰਕ ਇਕੱਠਾ ਕਰਕੇ ਉਹਦੇ ਵਿੱਚ ਪਾਉਣਾ ਹੈ। ਨਰਕ ਹੋਰ ਪਾਸੇ ਹੈ। ਨਰਕ ਉਹ ਦੁਕਾਨ ਹੈ ਬਿਊਟੀ ਪਾਰਲਰ ਦੀ, ਜਿਹੜੀ ਉਹਨੇ ਇਕੱਠਾ ਕਰਕੇ ਅੱਗ ਦੀ ਝੀਲ ਦੇ ਵਿੱਚ ਸੁੱਟਣਾ ਹੈ। ਨਰਕ ਉਹ ਠੇਕਾ ਹੈ। ਨਰਕ ਉਹ ਜਿਹੜਾ ਬਾਹਰਲੇ ਪਾਸੇ ਹੈ, ਜਿਹੜਾ ਤੁਹਾਨੂੰ ਇਹ ਕਹਿੰਦਾ ਕਿ ਨਹੀਂ ਤੁਸੀਂ ਸੋਹਣੇ ਨਹੀਂ ਹੋ, ਜਿਹੜਾ ਇਹ ਕਹਿੰਦਾ ਵੀ ਤੇਰੀਆਂ ਲੱਤੂ ਥੱਕਿਆ ਪਿਆ ਹਾਂ, ਤੂੰ ਬਸ ਦਾਰੂ ਪੀ ਲੈ, ਜਿਹੜਾ ਤੁਹਾਨੂੰ ਖੜੇ ਨਹੀਂ ਹੋਣ ਦਿੰਦਾ ਹੈ, ਉਹ ਹੈ ਨਰਕ। ਜਿਹੜਾ ਤੁਹਾਨੂੰ ਦੂਜੇ ਨਾਲੋਂ ਆਪਣੇ ਆਪ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਨਰਕ ਹੈ। ਅੱਗ ਨਰਕ ਨਹੀਂ, ਇਹ ਤਾਂ ਸਾਰਾ ਨਰਕ ਉਹਨੇ ਇਕੱਠਾ ਕਰਕੇ ਉਹ ਅੱਗ ਦੇ ਵਿੱਚ ਪਾਉਣਾ ਹੈ। ਨਰਕ ਇੱਥੇ ਹੀ ਹੈ, ਨਰਕ ਬਾਹਰਲੇ ਪਾਸੇ, ਅੱਗ ਨਰਕ ਨਹੀਂ। ਜਦ ਕੋਈ ਬੰਦਾ दारू ਪੀ ਕੇ ਟੁੰਨ ਹੋ ਕੇ ਕੱਪੜੇ ਪਾਟੇ ਹੋਣ, ਐ ਤੁਰਿਆ ਆਉਂਦਾ ਹੋਵੇ ਤਾਂ ਸਮਝੋ ਕਿ ਨਰਕ ਤੁਰਿਆ ਆਉਂਦਾ ਹੈ ਸਿੱਧਾ ਹੀ। ਔਰ ਬਹੁਤ ਸਾਰੇ ਤਾਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਦੇਖੋ ਪਰਮੇਸ਼ਰ ਨੇ ਸਾਡੀਆਂ ਅੱਖਾਂ ਦਾ ਰੰਗ ਆਹ ਬਣਾਇਆ, ਔਰ ਮੈਂ ਕਈ ਵਾਰੀ ਦੇਖਦਾ ਭੈਣਾਂ ਜਿੰਨੀ ਵਾਰੀ ਅੱਖਾਂ ਚਮਕਦੀਆਂ ਉਨੀ ਵਾਰੀ ਰੰਗ ਬਦਲੀ ਹੋਈ ਜਾਂਦਾ, ਕਦੀ ਹਰਾ ਕਦੀ ਨੀਲਾ, ਪਤਾ ਨਹੀਂ ਕਿੱਦਾਂ ਕਰਦੇ ਆ। ਇਹ ਹੀ ਨਰਕ ਹੈ, ਹੋਰ ਕੁਛ ਨਰਕ ਨਹੀਂਗਾ। ਨਰਕ ਨੂੰ ਤੁਸੀਂ ਦੇਖ ਸਕਦੇ ਹੋ। ਜੇ 3 ਵਾਰੀ ਅੱਖਾਂ ਚਮਕਣੀਆਂ ਤਾਂ 3 ਵਾਰੀ ਰੰਗ ਬਦਲੀ ਹੋਣਾ, ਇਦਾਂ ਦੀ ਟੈਕਨੀਕ ਆ ਗਈ ਆ।
ਬਾਲ ਜੇ ਤਾਂ ਨੂੰ ਬਾਲ ਹੈ ਤਾਂ ਰੰਗ ਬਾਲਾਂ ਦਾ ਹਰਾ ਹੋ ਗਿਆ, ਜੇ ਸਾਈਡ ਨੂੰ ਬਾਲ ਹੈ ਤਾਂ ਰੰਗ ਪੀਲਾ ਹੋ ਜਾਂਦਾ। ਬਾਲਾਂ ਦੇ ਰੰਗ, ਅੱਖਾਂ ਦੇ ਰੰਗ, ਇਹੋ ਹੀ ਨਰਕ ਹੈ। ਇਹੋ ਹੀ ਉਹਨੇ ਇਕੱਠਾ ਕਰਕੇ, ਉਹ ਜਿਹੜੀਆਂ ਸ਼ੀਸ਼ੀਆਂ ਬਿਊਟੀ ਪਾਰਲਰ ਵਾਲੀਆਂ, ਉਹ ਸਾਰੀਆਂ ਇਕੱਠੀਆਂ ਕਰਕੇ ਉਹਨੇ ਅੱਗ ਦੇ ਵਿੱਚ ਸੁੱਟਣੀਆਂ ਹਨ। ਇਸ ਲਈ ਜਿਹੜੀ ਚਮੜੀ ਤੁਹਾਨੂੰ ਪਰਮੇਸ਼ਰ ਨੇ ਦਿੱਤੀ, ਜਿੱਦਾਂ ਦੀਆਂ ਤੁਹਾਨੂੰ ਅੱਖਾਂ ਪਰਮੇਸ਼ਰ ਨੇ ਦਿੱਤੀਆਂ, ਜਿੱਦਾਂ ਦੇ ਤੁਹਾਨੂੰ ਲਿਪਸ ਪਰਮੇਸ਼ਰ ਨੇ ਦਿੱਤੇ ਹਨ, ਉਹਨੇ ਆਲਾ ਦਰਜੇ ਦੇ ਦਿੱਤੇ ਹਨ। ਦੂਸਰੇ ਕਿਸੇ ਨੂੰ ਉਦਾਂ ਦੇ ਨਹੀਂ ਦਿੱਤੇ। ਜੋ ਤੁਹਾਡੇ ਕੋਲ ਹੈ ਦੂਸਰੇ ਕੋਲ ਨਹੀਂ ਹੈ। ਬਸ ਤੁਸੀਂ ਆਪਣੇ ਮਨ ਨੂੰ ਉਹ ਦੱਸਣਾ ਹੈ ਕਿ ਮੈਂ ਠੀਕ ਠਾਕ ਹਾਂ ਜੋ ਪਰਮੇਸ਼ਰ। ਪਰ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਸੋਚਦੇ ਹੋ ਕਿ ਨਹੀਂ ਮੈਂ ਨਹੀਂ ਇਦਾਂ ਠੀਕ, ਮੈਂ ਬਿਊਟੀ ਪਾਰਲਰ ਤੇ ਜਾਣਾ ਹੈ, ਤਾਂ ਤੁਸੀਂ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਦੇ ਵਿੱਚ ਵਿਗਾੜ ਕਰਨ ਜਾਂਦੇ ਹੋ। ਔਰ ਪਰਮੇਸ਼ਰ ਉਹ ਹੈ ਜਿਸ ਨੇ ਇੰਨਾ ਜ਼ਿਆਦਾ ਔਰਤ ਨੂੰ ਇੰਨਾ ਜ਼ਿਆਦਾ ਪ੍ਰੇਮ ਕੀਤਾ। ਇੱਕ ਔਰਤ ਸੀ ਸਾਮਰੀ ਔਰਤ, ਸਾਡੇ ਯੁੱਗ ਦੇ ਨਬੀ ਨੇ ਉਸ ਔਰਤ ਤੇ 40 ਵਾਰ ਪ੍ਰਚਾਰ ਕੀਤਾ ਹੈ। ਸਾਮਰੀ ਔਰਤ ਦਾ ਜੀਵਨ ਕੁਛ ਨਹੀਂ ਸੀਗਾ, ਪਿੰਡ ਦੀਆਂ ਔਰਤਾਂ ਉਹਦੇ ਲਾਗੇ ਨਹੀਂ ਸੀ ਜਾਣਾ ਚਾਹੁੰਦੀਆਂ ਹੁੰਦੀਆਂ, ਪਰ ਸਾਡਾ ਪ੍ਰਭੂ ਯਿਸੂ ਮਸੀਹ ਉਹਨੂੰ ਬਚਾਉਣ ਦੇ ਲਈ ਸਿਖਰ ਦੁਪਹਿਰੇ ਖੂਹ ਦੇ ਉੱਤੇ ਚਲਾ ਗਿਆ। ਉਹਨੇ ਹੈ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ, ਕੋਈ ਨਹੀਂ ਦੇ ਸਕਦਾ। ਪਰ ਮੈਂ ਚਾਹੁੰਦਾ ਕਿ ਇੰਨਾ ਹੀ ਤੁਹਾਡੇ ਲਈ ਕਾਫੀ ਹੈ। ਤੁਸੀਂ ਅੱਜ ਤੋਂ ਹੀ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਦਿਓ, ਤਾਂ ਕਿ ਤੁਸੀਂ ਬੰਦਿਆਂ ਦੇ ਬਰਾਬਰ ਹੋ ਸਕੋ। ਪੜ੍ਹਾਈ ਲਿਖਾਈ ਤੁਹਾਨੂੰ ਬੰਦਿਆਂ ਦੇ ਬਰਾਬਰ ਨਹੀਂ ਕਰ ਸਕਦੀ। ਜੋ ਮਰਜ਼ੀ ਕਰੋ, ਅਗਰ ਤੁਹਾਨੂੰ ਬੰਦਿਆਂ ਦੇ ਬਰਾਬਰ ਕਰਨਾ ਹੈ ਤਾਂ ਉਹ ਵਚਨ ਨੇ ਕਰਨਾ ਹੈ। ਇਸ ਲਈ ਤੁਸੀਂ ਵੀ ਪ੍ਰਭੂ ਨੂੰ ਪਹਿਨਣਾ, ਬੰਦਿਆਂ ਨੇ ਵੀ ਪ੍ਰਭੂ ਨੂੰ ਪਹਿਨਣਾ, ਔਰ ਸਾਰਿਆਂ ਨੇ ਅਸੀਂ ਉਠਾਏ ਜਾਣ ਦੇ ਲਈ ਤਿਆਰ ਹੋਣਾ ਹੈ। ਇਹ ਸੀ ਮੇਰਾ ਅੱਜ ਦਾ ਭੈਣਾਂ ਦੇ ਲਈ ਤੋਹਫਾ। ਵਿੱਚ ਥੋੜੀਆਂ ਜਿਹੀਆਂ ਸਖਤ ਗੱਲਾਂ ਵੀ ਸੀਗੀਆਂ, ਲਾ ਲਿਓ ਹਿਸਾਬ ਕਿਤਾਬ ਆਪੇ। ਤੋਹਫਾ ਕਈ ਵਾਰੀ ਜਿਹੜਾ ਹੁੰਦਾ ਉਹਨੂੰ ਖੋਲਣ ਲਈ ਬੜਾ ਉਹ ਲੱਗਦਾ ਨਾ, ਔਖਾ ਕੰਮ। ਤੇ ਵਿੱਚੋਂ ਜਿਹੜਾ ਨਿਕਲਣਾ ਹੈ ਅਨੰਤ ਜੀਵਨ ਨਿਕਲਣਾ ਹੈ। ਸਾਰਿਆਂ ਨੂੰ ਜੈ ਮਸੀਹ ਦੀ। ਅਗਲਾ ਸਮਾਂ ਜੋ ਹੈ ਭਾਈ ਹੁਣ ਦੇ ਹੱਥ ਵਿੱਚ ਹੈ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਖੁਸ਼ ਆ ਇਸ ਵਚਨ ਤੋਂ? ਪ੍ਰਭੂ ਦਾ ਧੰਨਵਾਦ। ਸਾਰੇ ਖੁਸ਼ ਆ ਤੁਸੀਂ। ਆਓ ਅਸੀਂ ਅੱਖਾਂ ਬੰਦ ਕਰਕੇ ਇਹਨਾਂ ਵਚਨਾਂ ਤੇ ਸੋਚ ਵਿਚਾਰ ਕਰਨਾ ਵੀ ਮੈਂ ਅੱਜ ਤੋਂ ਇਹ ਕੰਮ ਕਰਨਾ ਜਾਂ ਛੱਡਣਾ ਆ। ਅੱਖਾਂ ਬੰਦ ਕਰਕੇ ਸੋਚ ਵਿਚਾਰ ਕਰਨਾ ਵੀ ਜਿਹੜਾ ਜੋ ਵਚਨ ਸੁਣਿਆ ਆ ਬਈ ਹੁਣ ਮੈਂ ਕਿੱਦਾਂ ਕਰਨੀ ਆ। ਆਓ ਅੱਖਾਂ ਬੰਦ ਕਰੀਏ, ਆਪ ਆਪਣੇ ਮਨਾਂ ਵਿੱਚ ਪ੍ਰਾਰਥਨਾ ਕਰੀਏ। ਹਾਲੇਲੂਇਆ, 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 ਹਾਲੇਲੂਇਆ। ਪਿਆਰੇ ਸਵਰਗੀ ਪਿਤਾ, ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਬਹੁਤ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ। ਤੇਰੇ ਬਹੁਤ ਹੀ ਸੁੰਦਰ ਵਚਨ ਨੇ ਪ੍ਰਭੂ ਯਿਸੂ ਮਸੀਹ। ਸੱਚਮੁੱਚ ਤੂੰ ਆਪਣੇ ਦਾਸ ਦੇ ਦੁਆਰਾ ਇਸ ਵਚਨ ਨੂੰ ਭੇਜਿਆ। ਜਿਨ੍ਹਾਂ ਚੀਜ਼ਾਂ ਦੀ ਲੋੜ ਸੀ ਪ੍ਰਭੂ ਯਿਸੂ ਮਸੀਹ, ਸੱਚਮੁੱਚ ਉਹ ਸਾਨੂੰ ਮਿਲਿਆ ਹੈ ਪ੍ਰਭੂ ਯਿਸੂ ਮਸੀਹ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਤ ਮਹਾਨ ਖੁਦਾ ਤੇਰਾ ਧੰਨਵਾਦ, ਤੇਰਾ ਸ਼ੁਕਰ ਹੈ ਪਿਤਾ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਅੱਜ ਦੇ ਵਚਨ ਦੇ ਨਾਲ ਬਹੁਤ ਸਾਰੀਆਂ ਜਾਨਾਂ ਬਚ ਜਾਣ ਪ੍ਰਭੂ ਯਿਸੂ ਮਸੀਹ। ਬਹੁਤ ਸਾਰੇ ਲੋਕ ਤੇਰੇ ਕਦਮਾਂ ਵਿੱਚ ਆ ਜਾਣ ਪ੍ਰਭੂ, ਆਪਣੀ ਜਗ੍ਹਾ ਨੂੰ ਪਛਾਣ ਲੈਣ ਕਿ ਅਸੀਂ ਕਿੱਥੇ ਹਾਂ, ਅਸੀਂ ਕੀ ਕਰਨ ਜਾ ਰਹੇ ਹਾਂ। ਉਹ ਮਹਾਨ ਪਿਤਾ, ਤੂੰ ਅੱਜ ਆਪਣੀਆਂ ਬੱਚੀਆਂ ਤੇ ਬੜੀ ਕਿਰਪਾ ਕਰ, ਆਪਣੇ ਸੇਵਕ ਲੋਕਾਂ ਤੇ, ਆਪਣੇ ਨੌਜਵਾਨ ਬੱਚਿਆਂ ਤੇ, ਛੋਟੇ ਬੱਚਿਆਂ ਤੇ, ਭੈਣਾਂ ਤੇ ਬੜੀ ਕਿਰਪਾ ਕਰ ਯਿਸੂ ਮਸੀਹ। ਮਹਾਨ ਪਿਤਾ, ਸੱਚਮੁੱਚ ਇਹ ਤੇਰਾ ਵਚਨ ਸ਼ੀਸ਼ਾ ਆ। ਸੱਚਮੁੱਚ ਮੁਬਾਰਕ ਲੋਕ ਜਿਹੜੇ ਵਚਨ ਦੇ ਵਿੱਚ ਦੀ ਆਪਣੇ ਆਪ ਨੂੰ ਦੇਖਦੇ ਹਨ ਔਰ ਆਪਣੇ ਆਪ ਨੂੰ ਜਾਂਚਦੇ ਹਨ। ਸੱਚਮੁੱਚ ਉਹ ਠੀਕ ਹੋ ਜਾਂਦੇ ਹਨ ਔਰ ਆਪਣੇ ਜੀਵਨ ਨੂੰ ਠੀਕ ਕਰ ਲੈਂਦੇ ਹਨ। ਸੱਚਮੁੱਚ ਤੂੰ ਉਹਨਾਂ ਲੋਕਾਂ ਨੂੰ, ਉਹਨਾਂ ਭੈਣਾਂ ਭਰਾਵਾਂ ਨੂੰ ਤੂੰ ਲੈਣ ਵਾਸਤੇ ਆ ਰਿਹਾ ਪ੍ਰਭੂ ਯਿਸੂ ਮਸੀਹ, ਜਿਹੜੇ ਤੇਰੇ ਵਚਨ ਤੇ ਆਮੀਨ ਕਹਿੰਦੇ ਆ, ਤੇਰੇ ਵਚਨ ਨੂੰ ਮੰਨ ਲੈਂਦੇ ਪ੍ਰਭੂ ਯਿਸੂ ਮਸੀਹ। ਉਹ ਮਹਾਨ ਪਿਤਾ, ਤੇਰੇ ਤੋਂ ਬਿਨਾਂ ਹੋਰ ਕੋਈ ਮੁਕਤੀ ਦਾਤਾ ਨਹੀਂ, ਕਿਉਂਕਿ ਤੂੰ ਬੜਾ ਹੀ ਪਿਆਰ ਕਰਦਾ ਪ੍ਰਭੂ ਯਿਸੂ ਮਸੀਹ। ਤੂੰ ਇਸ ਕਰਕੇ ਸਾਨੂੰ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਪ੍ਰਭੂ ਯਿਸੂ ਮਸੀਹ। ਪਿਤਾ, ਤੂੰ ਅੱਜ ਬੜੀ ਬਰਕਤ ਦੇ, ਬੜੀ ਆਸ਼ੀਸ਼ ਦੇ, ਆਪਣੇ ਬੱਚਿਆਂ ਤੇ ਹੋਰ ਕਿਰਪਾ ਕਰ, ਹੋਰ ਰਹਿਮ ਕਰ ਪ੍ਰਭੂ ਯਿਸੂ ਮਸੀਹ। ਪਿਤਾ, ਸਾਰੀ ਮਹਿਮਾ ਤੇਰੇ ਨਾਂ ਨੂੰ ਮਿਲੇ, ਸਾਰਾ ਜਲਾਲ ਤੇਰੇ ਨਾਂ ਨੂੰ ਮਿਲੇ ਪ੍ਰਭੂ ਯਿਸੂ ਮਸੀਹ। ਪਿਤਾ, ਇਸ ਅੱਜ ਦੇ ਸੁਣੇ ਹੋ ਵਚਨ ਨੂੰ ਪ੍ਰਭੂ ਯਿਸੂ ਮਸੀਹ ਤੇਰੇ ਬੱਚੇ ਆਪਣੇ ਦਿਲਾਂ ਵਿੱਚ ਜਮ੍ਹਾਂ ਕਰਕੇ ਉਸ ਦੇ ਉੱਤੇ ਸੋਚ ਵਿਚਾਰ ਕਰਨ ਪ੍ਰਭੂ ਯਿਸੂ ਮਸੀਹ। ਹੇ ਪਿਤਾ,
बड़ी दया कर, आने वाले समय में तेरा वचन 100 गुणा फल लैके आवे प्रभु यीशु मसीह। पिता तू कृपा कर, मेरी दुआ सुन, यीशु मसीह के नाम में मंगते हैं, आमीन। उड़ जाना है, उड़ जाना है, यीशु नासरी दी दुल्हन ने उड़ जाना है। किन्ने विश्वास करते हैं छोड़ जाने वाले? हालेलुया, हालेलुया। भावें तो उधरों फावां उड़दियां हैं कि तीसरा विश्व युद्ध लग जाएगा, और एक कुछ हद तक सच भी है, कुछ जरूर लगेगा। हालेलुया। पर उस तो पहला का काम होने वाला है, आमीन। उस तो पहला लाड़ी इस धरती तो ऊपर उठाई जाने वाली है। हालेलुया, हालेलुया, हालेलुया। इसलिए सानू प्रभु के वचन के नाल खड़े रहने की लोड़ है। हालेलुया। आओ गावांगे प्रभु की महिमा। उड़ जाना है, उड़ जाना है, यीशु नासरी दी दुल्हन ने उड़ जाना है, उड़ जाना है, उड़ जाना है, यीशु नासरी दी दुल्हन ने उड़ जाना है, उड़ जाना है, उड़ जाना है, यीशु नासरी दी दुल्हन ने उड़ जाना है, उड़ जाना है, उड़ जाना है, यीशु नासरी दी दुल्हन ने उड़ जाना है। खंबला के कलाम दे, खंबला के कलाम दे, नीले अंबरां तो पार उड़ जाना है, उड़ जाना है, उड़ जाना है, यीशु नासरी दी दुल्हन ने उड़ जाना है, उड़ जाना, ताली नाल, उड़ जाना है, यीशु नासरी दी दुल्हन उड़ जाना है। सब मिलके ताली होंगे प्रभु दी महिमा ले। उसदे वचन वाला पहनना लिबास लाड़ी ने, उसदे वचन वाला पहनना लिबास लाड़ी ने, लिखता ते रख अगे वधना विश्वास लाड़ी ने, लिखता ते रख अगे वधना विश्वास लाड़ी ने, फैशना दे राजियां नू, फैशना दे राजियां नू, वचना दी तलवार नाल वड जाना है, उड़ जाना है, उड़ जाना है, यीशु नासरी दी दुल्हन ने उड़ जाना है, उड़ जाना है, उड़ जाना है, यीशु नासरी दी दुल्हन ने उड़ जाना है। सब ताली नाल मिलके बदले शरीरां नाल उड़ना असी वांग ओका भांदे, बदले शरीरां नाल उड़ना असी वांग ओका भांदे, खंब लग जाने कलाम दियां सानू 60 किताबां दे, खंब लग जाने कलाम दियां सानू 60 किताबां दे, ए जमाने दियां दौलतां नू,
ਇਹ ਜ਼ਮਾਨੇ ਦੀਆਂ ਦੌਲਤਾਂ ਨੂੰ ਪਿੱਛੇ ਅੱਗ 'ਚ ਸੜਨ ਲਈ ਛੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ। ਸਭ ਹੱਥ ਉਠਾ ਕੇ, ਸਭ ਤਾਲੀਆਂ ਦੇ ਹੱਥ ਉਠਾ ਕੇ ਪ੍ਰਭੂ ਦੀ ਮਹਿਮਾ ਲਈ ਸਭ ਮਿਲ ਕੇ ਆਨੰਦ ਨਾਲ ਹਾਲੇਲੂਇਆ। ਧਰਤੀ ਤੇ ਆਸਮਾਨ ਟਲਣੇ ਪਰ ਟਲਣਾ ਨਹੀਂ ਯਿਸੂ ਦਾ ਕਲਾਮ। ਆਮੇਨ ਆਮੇਨ। ਇਹ ਧਰਤੀ ਤੇ ਆਸਮਾਨ ਟਲਣੇ ਪਰ ਟਲਣਾ ਨਹੀਂ ਯਿਸੂ ਦਾ ਕਲਾਮ। ਫੌਜ ਵਿੱਚ ਖਾਸ ਹੋਣਾ ਲਾੜੀ ਨੇ ਜਿਹਨੂੰ ਸਮਝਦੀ ਦੁਨੀਆ ਏ ਆ। ਫੌਜ ਵਿੱਚ ਖਾਸ ਹੋਣਾ ਲਾੜੀ ਨੇ ਜਿਹਨੂੰ ਸਮਝਦੀ ਦੁਨੀਆ ਏ ਆ। ਕਰਮੇ ਦੇ ਗੀਤਾਂ ਨੇ ਬਾਈਬਲ ਦੇ ਗੀਤਾਂ ਨੇ ਝੰਡਾ ਜਿੱਤ ਦਾ ਮੈਦਾਨ ਵਿੱਚ ਕੱਢ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ। ਕੰਬਲਾ ਕੇ ਕਲਾਮ ਦੇ, ਕੰਬਲਾ ਕੇ ਕਲਾਮ ਦੇ ਨੀਲੇ ਅੰਬਰਾਂ ਦੇ ਪਾਰ ਉੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਸਭ ਉਠਾ ਕੇ ਤਾਲੀ ਨਾਲ ਪ੍ਰਭੂ ਦੀ ਮਹਿਮਾ ਕਰਦੇ ਸਭ ਮਿਲ ਕੇ ਆਨੰਦ ਨਾਲ ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ, ਉੱਡ ਜਾਣਾ, ਉੱਡ ਜਾਣਾ, ਉੱਡ ਜਾਣਾ, ਉੱਡ ਜਾਣਾ, ਉੱਡ ਜਾਣਾ, ਉੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ। ਆਮੇਨ। ਬਦਲੇ ਸ਼ਰੀਰਾਂ ਨਾਲ ਉੱਡਣਾ ਅਸੀਂ ਵਾਂਗ ਉਹ ਕਾਬਾਂ ਦੇ। ਆਮੇਨ। ਹਾਲੇਲੂਇਆ, ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਸ਼ਾਇਦ ਸੁਣਨ ਨੂੰ ਕਈਆਂ ਨੂੰ ਅਜੀਬ ਲੱਗਦਾ ਆ, ਜਿਨ੍ਹਾਂ ਨੂੰ ਪਤਾ ਨਹੀਂ ਆ ਵੀ ਹੈ ਤੇ ਬਾਹਾਂ ਹੀ ਆ, ਉੱਡਣਾ ਕਿੱਦਾਂ ਆ, ਉੱਡਿਆ ਤੇ ਖੰਭਾ ਨਾ ਜਾਂਦਾ ਆ। ਹਾਲੇਲੂਇਆ, ਹਾਲੇਲੂਇਆ। ਪਰ ਇਹ ਨਵਾਂ ਨੇਮ ਤੇ ਪੁਰਾਣਾ ਨੇਮ ਕਦੀ ਬਾਈਬਲ ਨੂੰ ਇਦਾਂ ਉਛਾਲ ਕੇ ਦੇਖਿਓ, ਇਹੋ ਸਾਡੇ ਖੰਭ ਨੇ। ਆਮੇਨ। ਹਾਲੇਲੂਇਆ, ਹਾਲੇਲੂਇਆ। ਅਸੀਂ ਇਹਨਾਂ ਦੋਨਾਂ ਖੰਭਾਂ ਦੇ ਨਾਲ ਇੱਕ ਉੱਡ ਜਾਣ ਵਾਲੇ। ਆਮੇਨ। ਹਾਲੇਲੂਇਆ, ਹਾਲੇਲੂਇਆ। ਬਦਲੇ ਸ਼ਰੀਰਾਂ ਨਾਲ ਉੱਡਣਾ ਅਸੀਂ ਵਾਂਗ ਉਹ ਕਾਬਾਂ ਦੇ। ਹੰਬ ਲੱਗ ਜਾਣੇ ਕਲਾਮ ਦੀਆਂ ਸਾਨੂੰ ਛਾਟ ਕਿਤਾਬਾਂ ਦੇ। ਆਮੇਨ। ਇਹ ਜ਼ਮਾਨੇ ਦੀਆਂ ਦੌਲਤਾਂ ਨੂੰ, ਇਹ ਜ਼ਮਾਨੇ ਦੀਆਂ ਦੌਲਤਾਂ ਨੂੰ ਪਿੱਛੇ ਅੱਗ 'ਚ ਸੜਨ ਲਈ ਛੱਡ ਜਾਣਾ ਹੈ, ਉੱਡ ਜਾਣਾ ਹੈ, ਉੱਡ ਜਾਣਾ ਹੈ। ਯਿਸੂ ਨਾਸਰੀ ਦੀ ਦੁਲਹਨ ਉੱਡ ਜਾਣਾ